ਸਾਨੂੰ ਤਾਂ ਡਰ ਹੈ ਮੈਨੇਜਮੈਂਟਾਂ ਕਿਤੇ ਕੱਢ ਨਾ ਦੇਣ ਤਾਂ ਕੀ ਕਹੀਏ ਉਹਨਾਂ ਨੂੰ ਵੀ ਪ੍ਰੋਫੈਸਰ ਬਣ ਜਿਓ ਤੁਸੀਂ। 15 ਸਾਲ ਹੋ ਗਏ ਆ ਇਹਨਾਂ ਤਿੰਨਾਂ ਯੂਨੀਵਰਸਿਟੀਆਂ ਨੇ ਪੀਰੀਓਡਿਕ ਇਨਸਪੈਕਸ਼ਨਸ ਨਹੀਂ ਕੀਤੀਆਂ, ਜਿਹਦੇ ਕਰਕੇ ਟੀਚਰ ਰੁਲੇ ਪਏ ਨੇ ਕਾਲਜਾਂ ਦੇ ਵਿੱਚ। ਪੂਰੀਆਂ ਤਨਖਾਹਾਂ ਦੇਣੀਆਂ ਪੈਣਗੀਆਂ, ਇਹ ਠੇਕਾ ਸਿਸਟਮ ਨਹੀਂ ਚੱਲੇਗਾ, ਨਹੀਂ ਤਾਂ ਫਿਰ ਕਿਤੇ ਲੋਕ ਮੰਗ ਕਰਨਗੇ ਕਿ ਸਰਕਾਰਾਂ ਵੀ ਫਿਰ ਠੇਕੇ ਤੇ ਲਿਆਂਦੀਆਂ ਜਾਣ। 6 ਮਹੀਨੇ ਦੀ ਮੈਟਰਨਿਟੀ ਲੀਵ ਨਹੀਂ ਦਿੱਤੀ ਜਾ ਰਹੀ, 3 ਮਹੀਨੇ ਦੀ ਹੈ। 90% ਕਾਲਜਸ ਨੇ 2-2 ਸਾਲ ਲੋਕਾਂ ਦਾ ਪ੍ਰੋਵੀਡੈਂਟ ਫੰਡ ਕੱਟਣਾ ਨਹੀਂ ਸ਼ੁਰੂ ਕੀਤਾ। ਪਬਲਿਕ ਫੰਡਡ ਇੰਸਟੀਟਿਊਸ਼ਨਸ ਨੇ, ਇਹਨਾਂ ਨੂੰ ਦੱਸਣਾ ਪਏਗਾ ਪੈਸਾ। ਅਸੀਂ ਕਮਿਸ਼ਨਰ ਕੋਲ ਅਪੀਲ ਕੀਤੀ ਹੈ, ਪੈਸਾ ਤਾਂ ਇਹਨਾਂ ਦਾ ਕਢਾਵਾਂਗੇ। ਮਾਪੇ ਜਿੱਥੇ ਕਿ ਕਰੋਨਾ ਦੇ ਪੀਰੀਅਡ ਦੇ ਵਿੱਚ ਲੋਕਾਂ ਦੀਆਂ ਜੌਬਸ ਚਲੀਆਂ ਗਈਆਂ, ਲੋਕਾਂ ਕੋਲ ਪੈਸਾ ਨਹੀਂ ਸੀ, ਉੱਥੇ ਤੁਸੀਂ 80 ਹਜ਼ਾਰ ਰੁਪਈਆ ਵਿਅਕਤੀਆਂ ਲੋਕਾਂ ਕੋਲੋਂ ਚਾਰਜ ਕਰ ਰਹੇ ਹੋ। ਤੁਸੀਂ 20 ਸਾਲ ਬਾਅਦ ਉਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਦੁਬਾਰੇ ਕੱਚੇ ਹੋਵੋ ਜੀ, ਫਿਰ ਉਹ ਪ੍ਰੋਬੇਸ਼ਨ ਪੀਰੀਅਡ ਤੇ ਆਉਣ। 2007 ਤੋਂ ਲੈ ਕੇ 2021 ਤੱਕ 500 ਤੋਂ ਵੱਧ ਕਾਲਜਾਂ ਦੇ ਵਿੱਚ ਪ੍ਰੋਫੈਸਰ ਜਿਹੜੇ ਆ ਉਹ ਕੱਢ ਦਿੱਤੇ ਗਏ। ਟੀਚਰ ਜੇ ਉਹ ਆਪਣੇ ਆਪ ਨੂੰ ਸੁਰੱਖਿਅਤ ਹੀ ਮਹਿਸੂਸ ਨਹੀਂ ਕਰਦਾ, ਬੱਚਿਆਂ ਦੇ ਉੱਤੇ ਉਹਦਾ ਅਸਰ ਪਊਗਾ ਭਵਿੱਖ ਦੇ ਵਿੱਚ, ਹਨਾ। ਪ੍ਰੋਫੈਸਰਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਨਾਨ ਟੀਚਿੰਗ ਸਟਾਫ ਦੇ ਸਾਡੇ ਜਿਹੜੇ ਭਰਾ ਭੈਣ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਉਹਦੇ ਤੇ ਇੱਕ ਬਹੁਤ ਵੱਡੀ ਲਗਾਮ ਸਰਕਾਰ ਨੇ ਲਗਾਈ ਕਿ ਜਿਹੜੇ 20 ਸਾਲ ਤੋਂ 18 ਸਾਲ ਤੋਂ ਟੀਚਰ ਉੱਥੇ ਕੰਮ ਕਰ ਰਹੇ ਆ, ਉਹਨਾਂ ਨੂੰ ਵੀ ਜੇ ਹੁਣ ਤੁਸੀਂ ਟੈਸਟ ਲੈਣਾ ਤੇ ਕਿੰਨੀ ਵਾਰੀ ਇੱਕ ਬੰਦੇ ਦਾ ਟੈਸਟ ਲਾਓਗੇ। ਇਹ ਰੌਲਾ ਪਾਉਂਦੇ ਆ ਕਿ ਅਸੀਂ ਤਾਂ ਜੀ ਸਾਡਾ ਤਾਂ ਬਹੁਤ ਬੁਰਾ ਹਾਲ ਹੋ ਗਿਆ, ਸਾਡਾ ਇਹ ਹੋ ਗਿਆ। ਇੱਕ ਪਾਸੇ ਤਾਂ ਤੁਸੀਂ ਸਰਕਾਰ ਤੋਂ 95% ਡੈਫੀਸਿਟ ਗ੍ਰਾਂਟ ਲੈ ਰਹੇ ਹੋ, ਦੂਜੇ ਪਾਸੇ ਤੁਸੀਂ ਐਫਡੀਜ਼ ਕਰਾ ਕੇ ਰੱਖੀਆਂ ਹੋਈਆਂ। ਵਿਦਿਆਰਥੀਆਂ ਦੇ ਕੋਲੋਂ ਤੁਸੀਂ 80 ਹਜ਼ਾਰ ਰੁਪਈਆ ਜਾਂ 45 ਹਜ਼ਾਰ ਰੁਪਈਆ ਫੀਸਾਂ ਲੈ ਰਹੇ ਹੋ। ਪ੍ਰੋਫੈਸਰਾਂ ਨੂੰ ਦੇਣ ਲਈ ਤੁਹਾਡੇ ਕੋਲ ਪੈਸੇ ਹੈ ਨਹੀਂ ਗੇ, ਤਾਂ ਇਹ ਚੱਲ ਕੀ ਰਿਹਾ ਕਾਲਜਾਂ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਚਾਹੇ ਟਰਾਂਸਪੋਰਟ ਮਾਫੀਏ ਦੀ ਗੱਲ ਹੋਵੇ, ਚਾਹੇ ਰੇਤ ਮਾਫੀਏ ਦੀ ਗੱਲ ਹੋਵੇ, ਚਾਹੇ ਬਿਜਲੀ ਦਾ ਮੁੱਦਾ ਹੋਵੇ, ਕਿਸੇ ਵੀ ਸੈਕਟਰ ਦੇ ਵਿੱਚ ਜਿਹੜਾ ਪੰਜਾਬੀਆਂ ਦੇ ਲਈ ਚੁਣੌਤੀ ਹੋਵੇ, ਹਰੇਕ ਮੁੱਦੇ ਦੇ ਉੱਤੇ ਅਸੀਂ ਡੂੰਘਾਈ ਦੇ ਨਾਲ ਗੱਲ ਕਰਦੇ ਹਾਂ ਤੇ ਮਾਹਿਰਾਂ ਨਾਲ ਵਿਚਾਰ ਚਰਚਾ ਕਰਦੇ ਹਾਂ ਕਿ ਇਸ ਮੁੱਦੇ ਦੀ ਜੜ ਕਿੱਥੇ ਆ, ਇਸ ਸਿਸਟਮ ਦੇ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ। ਹੁਣ ਤੁਹਾਡੇ ਸਾਹਮਣੇ ਅਸੀਂ ਅੱਜ ਇੱਕ ਅਜਿਹੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ ਜਿਹੜੀ ਕਿ ਉੱਚ ਸਿੱਖਿਆ ਦੇ ਵਿੱਚ ਆ ਰਹੇ ਨਿਘਾਰ ਨੂੰ ਸਮਝਦੀ ਆ। ਕਿਉਂ ਉੱਚ ਸਿੱਖਿਆ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਨਿਘਾਰ ਆ ਰਿਹਾ ਹੈ, ਦਿਨੋਂ ਦਿਨ ਗਿਰਾਵਟ ਆ ਰਹੀ ਹੈ, ਇਹਦੇ ਵਿੱਚ ਵੀ ਇੱਕ ਮਾਫੀਆ ਪੈਦਾ ਹੋਇਆ। ਉੱਚ ਸਿੱਖਿਆ ਦੇ ਵਿੱਚ ਚਾਹੇ ਪ੍ਰਾਈਵੇਟ ਕਾਲਜਸ ਨੇ, ਚਾਹੇ ਯੂਨੀਵਰਸਿਟੀਆਂ ਵੱਡੀਆਂ ਆ ਰਹੀਆਂ ਨੇ, ਕਿੱਥੇ ਕੀ ਗੜਬੜੀਆਂ ਨੇ, ਕਿੱਥੇ ਕਮਜ਼ੋਰੀਆਂ ਨੇ। ਕਿਉਂ ਰਾਸ਼ਟਰ ਨਿਰਮਾਤਾ ਜਿਹਨੂੰ ਕਿਹਾ ਜਾਂਦਾ ਹੈ, ਅਧਿਆਪਕ ਨੂੰ, ਪ੍ਰੋਫੈਸਰ ਨੂੰ, ਉਹਦੀ ਹਾਲਤ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਹੈ ਤੇ ਉਹ ਸੁਰੱਖਿਅਤ ਮਹਿਸੂਸ ਕਰ ਰਿਹਾ। ਕਿਉਂ ਨਹੀਂ ਸਾਡੇ ਨੌਜਵਾਨ ਮੁੰਡੇ ਉੱਚ ਸਿੱਖਿਆ ਦੇ ਖੇਤਰ ਵਿੱਚ ਪ੍ਰੋਫੈਸਰ ਵੱਲ, ਅਧਿਆਪਕਾਂ ਦਾ ਜਿਹੜਾ ਕਿੱਤਾ ਹੈ ਉਹਦੇ ਵੱਲ ਨਹੀਂ ਜਾ ਰਹੇ। ਇਹ ਪੰਜਾਬ ਲਈ ਬਹੁਤ ਹੀ ਗੰਭੀਰ ਚੁਣੌਤੀ ਹੈ। ਕਿਉਂ ਪੰਜਾਬ ਦੀ ਉੱਚ ਸਿੱਖਿਆ ਦਾ ਮਾੜਾ ਹਾਲ ਹੋ ਰਿਹਾ ਤੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੀਆਂ ਹੋਈਆਂ ਪਿੱਠ ਦਿਖਾਉਂਦੀਆਂ ਨੇ। ਕੀ ਕਾਰਨ ਨੇ, ਇਹਦੇ ਬਾਰੇ ਅਸੀਂ ਚਰਚਾ ਕਰਾਂਗੇ ਪ੍ਰੋਫੈਸਰ ਤਰਨ ਘਈ ਜੀ ਦੇ ਨਾਲ, ਜਿਹੜੇ ਕਿ ਇੱਕ ਪ੍ਰੋਫੈਸਰ ਦੇ ਕਿੱਤੇ ਨਾਲ ਜੁੜੇ ਹੋਏ ਨੇ ਤੇ ਕਾਫੀ ਜ਼ਿਆਦਾ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਉਹ ਕੰਮ ਕਰਦੇ ਨੇ ਤੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਪ੍ਰੋਫੈਸਰ ਸਾਹਿਬ, ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਦਾ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਨਸ਼ਈਆ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਕਿ ਅੱਜ ਉੱਚ ਸਿੱਖਿਆ ਦੇ ਖੇਤਰ ਦੇ ਵਿੱਚ ਪਿਛਲੇ ਦਿਨੀ ਜਿਹੜਾ ਇੱਕ ਬਹੁਤ ਵੱਡਾ ਫੈਸਲਾ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਲਿਆ, ਉਹਦੇ ਵਿੱਚ ਸਭ ਤੋਂ ਵੱਡਾ ਜੇ ਮੈਂ ਅੱਜ ਯੋਗਦਾਨ ਕਹੂੰਗਾ ਤਾਂ ਉਹ ਪ੍ਰਾਈਮ ਏਸ਼ੀਆ ਚੈਨਲ ਦਾ। ਉਹ ਕਿਸ ਤਰ੍ਹਾਂ ਤੁਸੀਂ ਕਹੋਗੇ, ਕਿਉਂਕਿ 18 ਤਰੀਕ ਨੂੰ ਜਿਹੜੀ ਇੱਕ ਆਫੀਸ਼ੀਅਲ ਮੀਟਿੰਗ ਪੰਜਾਬ ਭਵਨ ਦੇ ਵਿੱਚ ਸਰਦਾਰ ਪ੍ਰਗਟ ਸਿੰਘ ਜੀ ਉੱਚ ਸਿੱਖਿਆ ਮੰਤਰੀ ਔਰ ਉੱਚ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਨਾਲ ਐਸੋਸੀਏਸ਼ਨ ਆਫ ਅਨਐਡਡ ਕਾਲਜ ਟੀਚਰਸ ਯੂਨੀਅਨ ਦੀ ਹੋਈ, ਉਸ ਤੋਂ ਬਾਅਦ ਜਦੋਂ ਅਸੀਂ ਗੱਲਬਾਤ ਕਰਨ ਤੋਂ ਬਾਅਦ ਬਾਹਰ ਨਿਕਲੇ ਤਾਂ ਪ੍ਰਾਈਮ ਏਸ਼ੀਆ ਦੇ ਜਿਹੜੇ ਕੈਮਰੇ ਦੀ ਅੱਖ ਨੇ ਇਸ ਮੁੱਦੇ ਨੂੰ ਪਛਾਣਿਆ
ਔਰ ਇੱਕ 10-15 ਮਿੰਟ ਦੀ ਬਾਈਟ ਸਾਡੀ ਲਈ, ਔਰ ਸਾਰੇ ਪੰਜਾਬ, ਸਾਰੇ ਹਿੰਦੁਸਤਾਨ ਦੇ ਵਿੱਚ, ਈਵਨ ਤੁਹਾਡੇ ਦਰਸ਼ਕ ਬਾਹਰਲੇ ਮੁਲਕਾਂ ਦੇ ਵਿੱਚ ਵੀ ਹੈ, ਉਹਨਾਂ ਨੇ ਇਹਨੂੰ ਸਰਾਹਿਆ ਕਿ ਵਾਕਈ ਜਿਹੜਾ ਟੀਚਰਾਂ ਦੇ ਨਾਲ ਇੱਕ ਬਹੁਤ ਵੱਡਾ ਧੱਕਾ ਪਿਛਲੇ 2007 ਤੋਂ 14 ਸਾਲਾਂ ਤੋਂ ਹੋ ਰਿਹਾ ਸੀਗਾ, ਉਹਦੇ ਤੇ ਇੱਕ ਬਹਿਸ ਛਿੜੀ ਔਰ ਸਰਕਾਰ ਨੇ 11 ਨਵੰਬਰ 2021 ਨੂੰ ਵਿਧਾਨ ਸਭਾ ਦੇ ਵਿੱਚ ਅਮੈਂਡਮੈਂਟ ਕਰਕੇ ਟੀਚਰਾਂ ਨੂੰ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ। 2007 ਤੋਂ ਬਾਅਦ 2021 14 ਸਾਲ ਤੋਂ ਬਾਅਦ ਇੱਕ ਬਹੁਤ ਵੱਡੀ ਰਾਹਤ ਪੰਜਾਬ ਦੇ ਕਾਲਜ ਪ੍ਰੋਫੈਸਰਾਂ ਨੂੰ ਮਿਲੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਇਸ ਮੁੱਦੇ ਨੂੰ ਚੁੱਕਿਆ, ਤੁਸੀਂ ਲੰਬੇ ਸਮੇਂ ਦੇ ਉੱਤੋਂ ਇਹਦੇ ਉੱਤੇ ਲੱਗੇ ਸੀ ਕਿ ਪ੍ਰੋਫੈਸਰਾਂ ਦੀ ਜਿਹੜੀ ਸੁਰੱਖਿਆ ਹੈ ਕਾਲਜਾਂ ਦੇ ਵਿੱਚ, ਏਡਡ ਤੇ ਅਨਏਡਡ ਜਿਹੜੇ ਕਾਲਜ ਨੇ ਪੰਜਾਬ ਦੇ, ਉੱਥੇ ਵੱਡੀ ਗਿਣਤੀ ਦੇ ਵਿੱਚ ਅਧਿਆਪਕ ਪੜ੍ਹਾਉਂਦੇ ਨੇ ਜੀ, ਪਰ ਉਹਨਾਂ ਦੀ ਕੋਈ ਸੁਰੱਖਿਆ ਨਹੀਂ ਸੀ ਜੀ। ਮਤਲਬ ਕਿਸੇ ਵੀ ਵੇਲੇ ਉਹਨਾਂ ਨੂੰ ਕੱਢ ਦਿੱਤਾ ਜਾਵੇ ਜਾਂ ਉਹਨਾਂ ਦਾ ਭਵਿੱਖ ਸੁਰੱਖਿਅਤ ਨਹੀਂ ਸੀ। ਇਹਦੇ ਲਈ ਜਿਹੜਾ ਸਰਵਿਸ ਸਿਕਿਉਰਿਟੀ ਐਕਟ ਹੈ, ਉਹਦੇ ਵਿੱਚ ਕੀ ਸੋਧ ਕੀਤੀ ਗਈ ਹੈ ਜੀ? ਇਸ ਤਰ੍ਹਾਂ ਹੈ ਕਿ ਮੈਂ ਤੁਹਾਡੇ ਦਰਸ਼ਕਾਂ ਲਈ ਪਹਿਲਾਂ ਦੱਸਦਾ ਕਿ 1974 ਦਾ ਇੱਕ ਪੰਜਾਬ ਐਫੀਲੀਏਟਡ ਕਾਲਜਿਸ ਸਿਕਿਉਰਿਟੀ ਆਫ ਸਰਵਿਸ ਐਕਟ 1974, ਉਹਦੇ ਵਿੱਚ ਇਹ ਸੀ ਵੀ ਜਿਹੜੇ ਕਾਲਜ ਟੀਚਰ ਸੀਗੇ ਉਹਨਾਂ ਨੂੰ ਜੌਬ ਸਿਕਿਉਰਿਟੀ ਦਿੱਤੀ ਗਈ ਸੀ। ਉਹ ਇਸ ਤਰ੍ਹਾਂ ਸੀ ਵੀ ਜੇ ਕੋਈ ਕਾਲਜ ਮੈਨੇਜਮੈਂਟ ਆ, ਪ੍ਰਾਈਵੇਟ ਕਾਲਜ ਮੈਨੇਜਮੈਂਟ ਆ, ਕਿਸੇ ਟੀਚਰ ਨੂੰ ਸਸਪੈਂਡ ਕਰਦੀਆਂ, ਟਰਮੀਨੇਟ ਕਰਦੀਆਂ, ਤਾਂ ਉਹਨਾਂ ਨੂੰ ਅਪਰੂਵਲ ਲੈਣੀ ਪੈਂਦੀ ਸੀ ਉਹਦੀ ਟਰਮੀਨੇਸ਼ਨ ਦੀ ਪੰਜਾਬ ਸਰਕਾਰ ਤੋਂ। ਪੰਜਾਬ ਸਰਕਾਰ ਮੀਨਸ ਉਹਨਾਂ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੈ DPI ਕਾਲਜਿਸ। ਸੋ DPI ਕਾਲਜਿਸ ਜਿਹੜਾ ਹੈ ਉਹ ਇੱਕ ਫੇਅਰ ਇਨਕੁਆਇਰੀ ਕਰਦਾ ਸੀ, ਸਰਕਾਰ ਦਾ ਨੁਮਾਇੰਦਾ ਹੁੰਦਾ ਸੀਗਾ। 2007 ਤੱਕ ਇਸ ਤਰ੍ਹਾਂ ਚੱਲਦਾ ਗਿਆ, ਲੇਕਿਨ 2007 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਆਉਂਦੀ ਹੈ ਔਰ 24 ਦਸੰਬਰ 2007 ਨੂੰ ਪੰਜਾਬ ਵਿਧਾਨ ਸਭਾ 'ਚ ਅਮੈਂਡਮੈਂਟ ਹੁੰਦੀ ਹੈ ਔਰ 15 ਫਰਵਰੀ 2008 ਨੂੰ ਨੋਟੀਫਿਕੇਸ਼ਨ ਦੀ ਕਾਪੀ ਆਉਂਦੀ ਹੈ, ਜਿਹਦੇ ਵਿੱਚ ਇੱਕ ਸੈਕਸ਼ਨ 6 ਜੋੜਿਆ ਜਾਂਦਾ। ਸੈਕਸ਼ਨ 6 ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੇ ਟੀਚਰ ਅਨਏਡਡ ਪੋਸਟਾਂ ਤੇ ਕੰਮ ਕਰ ਰਹੇ ਨੇ, ਚਾਹੇ ਉਹ ਏਡਡ ਕਾਲਜਾਂ 'ਚ ਨੇ, ਚਾਹੇ ਉਹ ਅਨਏਡਡ ਕਾਲਜਾਂ 'ਚ ਨੇ, ਉਹ ਇਹਦੇ ਤੋਂ ਬਾਹਰ ਕਰ ਦਿੱਤੇ ਗਏ। ਉਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਸੀ ਕਿਉਂਕਿ 2006 ਦੇ ਵਿੱਚ ਗ੍ਰੇਡ ਰਿਵੀਜ਼ਨ ਹੋਈ ਸੀ, ਪ੍ਰੋਫੈਸਰਾਂ ਦੀਆਂ ਤਨਖਾਹਾਂ ਵਧੀਆ ਸੀ ਤੇ ਸਰਕਾਰ ਦੇ ਵਿੱਚੋਂ ਹੀ ਬਹੁਤ ਸਾਰੇ ਲੋਕਾਂ ਨੇ ਆਪਣੇ ਕਾਲਜ ਖੋਲ੍ਹੇ ਹੋਏ ਸੀਗੇ। ਉਹਨਾਂ ਨੂੰ ਲੱਗਿਆ ਕਿ ਪ੍ਰੋਫੈਸਰਾਂ ਨੂੰ ਇੱਕ ਵੱਡੀ ਤਨਖਾਹ ਦੇਣੀ ਪਏਗੀ ਤੇ ਕਿਉਂ ਨਾ ਇਹ ਜਿਹੜਾ ਸੈਕਸ਼ਨ 6 ਜੋੜ ਕੇ ਇੱਕ ਵੱਡੇ ਭਾਗ ਨੂੰ ਇਹਦੇ ਵਿੱਚੋਂ ਵੱਖ ਕਰ ਦਿੱਤਾ ਜਾਵੇ, ਤਾਂ ਜੋ ਸਰਕਾਰ ਨੂੰ ਇਹਦੇ ਵਿੱਚੋਂ ਬਾਹਰ ਕਰਕੇ ਮੈਨੇਜਮੈਂਟਾਂ ਜਦੋਂ ਮਰਜ਼ੀ ਕਿਸੇ ਪ੍ਰੋਫੈਸਰ ਨੂੰ ਕੱਢ ਸਕਣ। ਔਰ ਮਾਨਸ਼ਈਆ ਸਾਹਿਬ, ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ 2007 ਤੋਂ ਲੈ ਕੇ 2021 ਤੱਕ 500 ਤੋਂ ਵੱਧ ਕਾਲਜਾਂ ਦੇ ਵਿੱਚ ਪ੍ਰੋਫੈਸਰ ਜਿਹੜੇ ਆ ਉਹ ਕੱਢ ਦਿੱਤੇ ਗਏ। ਲੇਕਿਨ ਸ਼ੁਕਰਗੁਜ਼ਾਰ ਹੈ, ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਚੰਨੀ ਸਰਕਾਰ ਦਾ, ਸਰਦਾਰ ਪ੍ਰਗਟ ਸਿੰਘ ਜੀ ਦਾ ਜਿਨ੍ਹਾਂ ਦੀ ਇੱਕ ਵਿਜ਼ਨ ਹੈ, ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦਾ ਜਿਨ੍ਹਾਂ ਦਾ ਇੱਕ ਮਿਸ਼ਨ ਹੈ। ਕਿਉਂਕਿ ਅਸੀਂ ਦੇਖਦੇ ਆਏ ਹਾਂ ਪਿਛਲੇ ਦਿਨਾਂ 'ਚ ਵੀ ਕਿ ਸਕੂਲ ਦੇ ਖੇਤਰ ਦੇ ਵਿੱਚ ਜਿਸ ਤਰੀਕਾਂ ਦੇ ਨਾਲ ਇੱਕ ਮੱਲਾਂ ਮਾਰੀਆਂ ਨੇ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਜਦੋਂ ਸਕੱਤਰ ਸੀਗੇ, ਤਾਂ ਹੁਣ ਉਹ ਉਚੇਰੀ ਸਿੱਖਿਆ ਦੇ ਸਕੱਤਰ ਬਣੇ ਆ, ਤਾਂ ਬਹੁਤ ਵੱਡੀ ਇੱਕ ਆਸ ਹੈ। ਔਰ ਆਉਂਦੇ ਹੀ ਉਹਨਾਂ ਨੇ ਇੱਕ ਵੱਡਾ ਇੱਕ ਕੰਮ ਕੀਤਾ ਜਿਹੜਾ ਸਿਕਿਉਰਿਟੀ ਆਫ ਸਰਵਿਸ ਐਕਟ ਦੇ ਵਿੱਚ ਸੈਕਸ਼ਨ 6 ਨੂੰ ਹਟਾ ਦਿੱਤਾ ਹੈ ਔਰ ਹੁਣ ਦੁਬਾਰਾ ਤੋਂ ਉਹ 4000 ਬੰਦਾ ਪੰਜਾਬ ਦਾ ਜਿਹੜਾ ਏਡਡ ਔਰ ਅਨਏਡਡ ਕਾਲਜਾਂ ਦੇ ਵਿੱਚ ਕੰਮ ਕਰ ਰਿਹਾ ਬਤੌਰ ਪ੍ਰੋਫੈਸਰ, ਉਹਨਾਂ ਨੂੰ ਹੁਣ ਜੇ ਕੱਢਣਾ ਹੈ ਤੇ ਸਰਕਾਰ ਤੋਂ DPI ਕਾਲਜਿਸ ਤੋਂ ਅਪਰੂਵਲ ਲੈਣੀ ਬਹੁਤ ਜ਼ਰੂਰੀ ਹੈ ਮੈਨੇਜਮੈਂਟਾਂ ਦੇ ਲਈ। ਜੀ ਵੈਸੇ ਸਾਹਿਬ, ਇਹਦੇ ਨਾਲ ਕੀ ਹੈ ਕਿ ਜਿਹੜਾ ਪ੍ਰਾਈਵੇਟ ਜਿਹੜਾ ਸੈਕਟਰ ਦਾ ਜਿਹੜਾ ਮਾਫੀਆ ਸੀ ਜੀ ਮਤਲਬ ਜਿਸ ਤਰ੍ਹਾਂ ਚਾਹੁੰਦੀਆਂ ਮੈਨੇਜਮੈਂਟਾਂ ਜੀ ਆਪਣੇ ਤਰੀਕੇ ਦੇ ਨਾਲ ਜੀ, ਤਾਂ ਕਿ ਸਰਕਾਰ ਦੀ ਦਖਲਅੰਦਾਜ਼ੀ ਵੀ ਵਿੱਚੋਂ ਖਤਮ ਕਰ ਦਿੱਤੀ ਗਈ ਸੀ, ਹਨਾ। ਕਿੱਡਾ ਵੱਡਾ ਸੀਗਾ ਕਿ ਸੁਰੱਖਿਆ ਨਹੀਂ ਉਹਨਾਂ ਦੀ ਰਹੀ ਸੀ। ਕੋਈ ਵੀ ਟੀਚਰ ਜੇ ਉਹ ਆਪਣੇ ਆਪ ਨੂੰ ਸੁਰੱਖਿਅਤ ਹੀ ਮਹਿਸੂਸ ਨਹੀਂ ਕਰਦਾ ਤਾਂ ਮਤਲਬ ਕਿ ਬੱਚਿਆਂ ਦੇ ਉੱਤੇ ਉਹਦਾ ਅਸਰ ਪਊਗਾ ਭਵਿੱਖ ਦੇ ਵਿੱਚ, ਹਨਾ। ਤੇ ਉਹਦੀ ਜੇ ਸਾਰਾ ਦਿਨ ਉਹਦੀ ਨੌਕਰੀ ਦੇ ਉੱਤੇ ਤਲਵਾਰ ਲਟਕੀ ਰਹੀ ਜੀ। ਦੂਸਰਾ ਜਿਹੜਾ ਹੈਗਾ ਇਹ ਪੰਜਾਬ ਦੇ ਵਿੱਚ ਪ੍ਰਾਈਵੇਟ ਕਾਲਜਿਸ ਵਾਲੇ ਜਿਹੜੀਆਂ ਇੱਕ ਮਨਮਾਨੀਆਂ ਤਾਂ ਚਲੋ ਹੋ ਗਈਆਂ, ਹੋਰ ਕਿਹੜੀਆਂ ਇਸ ਤਰ੍ਹਾਂ ਦੀਆਂ ਮਨਮਾਨੀਆਂ ਜਿਹੜੀਆਂ ਇਹ ਕਰਦੇ ਨੇ ਜਿਹਦੇ ਵਿੱਚ ਸੁਰੱਖਿਆ ਨਹੀਂ ਇਹਨਾਂ ਦੀ ਹੁੰਦੀ ਕਿ ਮਹਿੰਗੀਆਂ ਫੀਸਾਂ। ਮਤਲਬ ਤੁਸੀਂ ਲਾਓ ਵੀ ਸਰਕਾਰੀ ਕਾਲਜਿਸ ਸਿਸਟਮ ਨੂੰ ਜੀ ਪਿਛਲੇ ਲੰਬੇ ਦਹਾਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਜਿਹੜਾ ਸਰਕਾਰੀ ਕਾਲਜਿਸ ਯੂਨੀਵਰਸਿਟੀਆਂ ਹੈਗੀਆਂ ਸੀ ਉਹਨੂੰ ਪਿੱਛੇ ਛੱਡ ਕੇ ਪ੍ਰਾਈਵੇਟ ਕਲਚਰ ਹੈ ਜਿਹੜਾ ਉਹਦੇ ਵੱਲ ਪ੍ਰੇਰਿਤ ਕੀਤਾ ਗਿਆ ਜੀ। ਤੇ ਇੱਕ ਨਵਾਂ ਜਿਹੜਾ ਇਸ ਤਰ੍ਹਾਂ ਦੀਆਂ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਆਈਆਂ। ਇਹ ਬਹੁਤ ਵਧੀਆ ਤੁਹਾਡਾ ਸਵਾਲ ਹੈ। ਪੰਜਾਬ ਸਰਕਾਰ ਨੇ ਜਿਹੜੀਆਂ ਮਨਮਾਨੀਆਂ ਤੇ ਰੋਕ ਲਾਉਣ ਲਈ ਪ੍ਰਾਈਵੇਟ ਕਾਲਜਾਂ ਦੀਆਂ ਮੈਨੇਜਮੈਂਟਾਂ ਤੇ ਇੱਕ ਅਮੈਂਡਮੈਂਟ ਦੇ ਵਿੱਚ ਐਡ ਕੀਤਾ ਜੀ ਸੈਕਸ਼ਨ 7C। ਇਹ ਮੈਂ ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੂੰਗਾ। ਜਿਹੜਾ ਐਕਟ ਹੁਣ ਪਾਸ ਕੀਤਾ ਉਹਦੇ ਵਿੱਚ ਐਡੀਸ਼ਨ ਹੋਈ ਹੈ ਸੈਕਸ਼ਨ 7C ਦੀ। ਉਹਦੇ ਵਿੱਚ ਉਹਨਾਂ ਨੇ ਲਿਆਂਦਾ ਦਾ ਐਡਮਿਨਿਸਟ੍ਰੇਟਿਵ ਸੈਕਟਰੀ
to Government of Punjab, Department of Higher Education may, on the recommendation of the university to which the college is affiliated, or on being satisfied that a case of mismanagement is made out against the affiliated colleges. ਉਹ ਇਦਾਂ ਕਰਤਾ ਜੀ ਵੀ ਜੇ ਹੁਣ ਕੋਈ ਕਾਲਜ ਮਿਸਮੈਨੇਜਮੈਂਟ ਪਾਈ ਜਾਂਦੀ ਹੈ, ਮਿਸਮੈਨੇਜਮੈਂਟ ਦੇ ਵਿੱਚ ਵੀ ਉਹਨਾਂ ਨੇ ਬੜਾ ਕਲੀਅਰ ਕਰ ਦਿੱਤਾ ਕਿ ਜੇ ਕਾਲਜ ਯੂਨੀਵਰਸਿਟੀਆਂ ਦੇ ਕੈਲੰਡਰ, ਜਿਨ੍ਹਾਂ ਨੂੰ ਕਿ ਅਸੀਂ ਯੂਨੀਵਰਸਿਟੀਆਂ ਦੇ ਸੰਵਿਧਾਨ ਕਹਿੰਦੇ ਆ, ਉਹਨਾਂ ਨੂੰ ਲਾਗੂ ਨਹੀਂ ਕਰਦੇ। ਨੰਬਰ 2, UGC ਦੇ ਰੂਲਸ ਰੈਗੂਲੇਸ਼ਨਸ ਨੂੰ ਫੋਲੋ ਨਹੀਂ ਕਰਦੇ। ਨੰਬਰ 3, ਜੇ ਉਹਨਾਂ ਕਾਲਜਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਹੈ, ਗੜਬੜੀ ਹੈ ਕਿਸੇ ਪੈਸੇ ਦੀ, ਤਾਂ ਸੈਕਟਰੀ ਹਾਇਰ ਐਜੂਕੇਸ਼ਨ ਕੰਸਰਨਡ ਕਾਲਜ ਦੀ ਜਿਹੜੀ ਯੂਨੀਵਰਸਿਟੀ ਹੈ ਉਹਦੇ ਲਿਖਤੀ ਰੂਪ 'ਚ ਦੇਣ 'ਤੇ ਉਸ ਕਾਲਜ ਦੀ ਮੈਨੇਜਮੈਂਟ ਨੂੰ 1 ਸਾਲ ਦੇ ਲਈ ਸਸਪੈਂਡ ਕਰ ਸਕਦਾ, ਔਰ ਜੇ ਉਹਨੂੰ ਲੱਗੇ ਤਾਂ ਉਹਨੂੰ 1 ਸਾਲ ਹੋਰ ਵਧਾਇਆ ਜਾ ਸਕਦਾ, 2 ਸਾਲ ਲਈ ਸਸਪੈਂਡ ਕੀਤਾ ਜਾ ਸਕਦਾ, ਔਰ ਉੱਥੇ ਐਡਮਿਨਿਸਟ੍ਰੇਟਰ ਅਪੁਆਇੰਟ ਕੀਤਾ ਜਾਏਗਾ। ਇਹ ਜਿਹੜੀ ਤੁਸੀਂ ਗੱਲ ਮਨਮਾਨੀਆਂ ਦੀ ਕੀਤੀ ਹੈ, ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਾਲਜ ਪ੍ਰੋਫੈਸਰਾਂ ਦੀ ਕਿ ਕਾਲਜ ਮੈਨੇਜਮੈਂਟਾਂ ਦੀਆਂ ਮਨਮਾਨੀਆਂ ਜਿਹੜੀਆਂ ਕਾਲਜਾਂ 'ਚ ਗੜਬੜੀਆਂ ਚੱਲ ਰਹੀਆਂ ਸੀ, ਪ੍ਰੋਫੈਸਰਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਨਾਨ ਟੀਚਿੰਗ ਸਟਾਫ ਦੇ ਸਾਡੇ ਜਿਹੜੇ ਭਰਾ ਭੈਣ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਇਹ ਉਹਦੇ ਤੇ ਇੱਕ ਬਹੁਤ ਵੱਡੀ ਲਗਾਮ ਸਰਕਾਰ ਨੇ ਲਗਾਈ ਹੈ। ਇੱਕ ਚੈੱਕ ਹੈ, ਇਹ ਬਹੁਤ ਜ਼ਰੂਰੀ ਸੀ, ਇਹ ਬੜੇ ਲੰਬੇ ਸਮੇਂ ਤੋਂ ਸੀਗਾ, ਔਰ ਪੰਜਾਬ ਸਰਕਾਰ ਨੇ ਅਮੈਂਡਮੈਂਟ ਕਰਕੇ ਜਿਹੜਾ ਕਲੌਜ਼ ਸੈਕਸ਼ਨ 7C ਜਿਹੜਾ ਐਡ ਕੀਤਾ ਹੈ, ਇਹ ਬਹੁਤ ਵੱਡੀ ਇੱਕ ਰਾਹਤ ਦਿੱਤੀ ਹੈ ਕਿ ਇਹਦੇ ਨਾਲ ਇਹਨਾਂ ਦੀਆਂ ਮਨਮਾਨੀਆਂ ਤੇ ਰੋਕ ਲੱਗੇਗੀ। ਚਲੋ ਇਹ ਤਾਂ ਪ੍ਰੋਫੈਸਰ ਸਾਹਿਬ ਸਰਕਾਰ ਨੇ ਜੇ ਕੋਈ ਕੰਮ ਮਤਲਬ ਜਾਗੀ ਹੈ ਸਰਕਾਰ ਜੀ, ਲੰਬੇ ਸਮੇਂ ਬਾਅਦ ਸੁੱਤੀ ਪਈ ਰਹੀ ਸਰਕਾਰ, ਬਿਲਕੁਲ ਠੀਕ ਕਰ ਰਹੇ। 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੁੱਤੀ ਰਹੀ ਜੀ, ਜਿਨ੍ਹਾਂ ਨੇ ਇਸ ਤਰੀਕੇ ਦੇ 4.5 ਸਾਲ ਤੱਕ ਤੁਸੀਂ ਸੰਘਰਸ਼ ਕਰਦੇ ਰਹੇ ਹੋ, ਫੈਸਲਾ ਨਹੀਂ ਕੋਈ ਹੋਇਆ। ਉਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਜਿਹੜਾ ਫੈਸਲਾ ਕੀਤਾ, ਇਹ ਸਰਕਾਰਾਂ ਤਾਂ ਇਹਨਾਂ ਦੀ ਇਸ ਤਰ੍ਹਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਕਰਦੀਆਂ ਰਹਿੰਦੀਆਂ ਨੇ। ਚਲੋ ਦੇਰ ਆਏ ਦਰੁਸਤ ਆਏ, ਕੁਛ ਹੋਇਆ। ਪੰਜਾਬ ਦੇ ਵਿੱਚ ਕਿੰਨੇ ਸਰਕਾਰੀ ਕਾਲਜ ਨੇ ਜੀ, ਕਿੰਨੇ ਏਡਡ ਕਾਲਜ ਨੇ ਜੀ, ਤੇ ਕਿੰਨੇ ਅਨਏਡਡ ਕਾਲਜ ਨੇ, ਤੇ ਉਹਨਾਂ ਦੀ ਸਥਿਤੀ ਕੀ ਆ? ਉਹਨਾਂ ਦੀ ਪੰਜਾਬ ਦੀਆਂ ਜਿਹੜੀ ਯੂਨੀਵਰਸਿਟੀਆਂ ਵੀ ਨੇ, ਖਾਸ ਕਰਕੇ ਕਾਲਜ, ਉਹਨਾਂ ਦੀ ਕੀ ਭੂਮਿਕਾ ਹੈ ਜੀ? ਇਹਦੇ ਬਾਰੇ ਥੋੜਾ ਜਿਹਾ ਸਪਸ਼ਟ ਕਰੋ ਜੀ। ਪੰਜਾਬ ਦੇ ਸਰਕਾਰੀ ਕਾਲਜ ਜਿਹੜੇ ਹੈ ਨਾ ਜੀ, ਉਹਨਾਂ ਦੇ ਵੀ ਹਾਲਾਤ ਪਿਛਲੇ ਦਿਨੀ ਬਹੁਤ ਮਾੜੇ ਹੋਏ ਨੇ, ਕਿਉਂਕਿ ਉੱਥੇ ਪਰਮਾਨੈਂਟ ਪੋਸਟਾਂ ਤੇ ਪ੍ਰੋਫੈਸਰ ਨਹੀਂ ਹੈ। ਪਿੱਛੇ ਜੀ ਸਰਕਾਰ ਨੇ ਹੁਣ 1147 ਪੋਸਟਾਂ ਕੱਢੀਆਂ ਨੇ, ਉਹ ਹੁਣ ਫਿਲ ਹੋਣਗੀਆਂ, ਲੇਕਿਨ ਉਹ ਵੀ 3 ਸਾਲ ਦੇ ਲਈ ਹਜੇ ਉਹਨਾਂ ਨੇ ਲਿਆਂਦਾ। ਕੋਈ ਉਹਦੇ ਵਿੱਚ ਕਲੈਰਿਟੀ ਨਹੀਂ ਹੈਗੀ ਹੈ ਵੀ ਉਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ। ਨੌਜਵਾਨ ਵਰਗ ਕਿਉਂ ਆਏਗਾ ਇਸ ਪ੍ਰੋਫੈਸ਼ਨ ਵੱਲ, ਇਹ ਸੋਚਣ ਦੀ ਲੋੜ ਹੈ, ਕਿਉਂਕਿ ਉਹਦੇ ਵਿੱਚ ਵੀ ਕਿਤੇ ਕਲੀਅਰ ਨਹੀਂ ਹੈ 3 ਸਾਲ ਦੇ ਲਈ, ਔਰ ਉਹਨੂੰ ਵੀ ਡੀਲਿੰਕ ਕੀਤਾ ਗਿਆ। ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, UGC ਦਾ ਜਿਹੜਾ ਸਕੇਲ ਹੈ, ਕਾਲਜ ਜਿਹੜੇ ਨੇ ਉਚੇਰੀ ਸਿੱਖਿਆ ਉਹ UGC ਦੇ ਸਕੇਲਸ ਦੇ ਨਾਲ ਬੱਝੀ ਹੁੰਦੀ ਹੈ। ਪੰਜਾਬ ਸਰਕਾਰ ਨੇ ਪਿੱਛੇ ਜੀ ਫੈਸਲਾ ਲੈ ਕੇ ਡੀਲਿੰਕ ਕੀਤਾ, ਔਰ ਇਹਦੇ ਵਿੱਚ ਇੱਕ ਨਵਾਂ ਗ੍ਰੇਡ ਲੈ ਆਂਦਾ 56,100। ਜਿਹੜਾ ਨਵਾਂ 7th ਪੇ ਕਮਿਸ਼ਨ ਦੀ ਰਿਪੋਰਟ ਆ, ਉਹਦੇ ਵਿੱਚ ਜਿਹੜਾ ਇੱਕ ਪ੍ਰੋਫੈਸਰ ਸਟਾਰਟਿੰਗ ਤੇ ਲੱਗੇਗਾ, ਉਹਦੀ ਜਿਹੜੀ ਬੇਸਿਕ ਪੇ ਆ ਉਹ 57,700 ਫਿਕਸ ਕੀਤੀ ਗਈ ਹੈ। ਲੇਕਿਨ ਪੰਜਾਬ ਸਰਕਾਰ ਨੇ ਗਵਰਨਮੈਂਟ ਕਾਲਜਾਂ 'ਚ ਜਿਹੜੇ ਹੁਣ ਪ੍ਰੋਫੈਸਰ ਇਹਨਾਂ ਨੇ ਅਪੁਆਇੰਟ ਕਰਨੇ 2-4 ਦਿਨ 'ਚ ਹੋ ਜਾਣਗੇ, ਉਹਨਾਂ ਦੀ ਜਿਹੜੀ ਸੈਲਰੀ ਹੈ ਉਹ 56,100 ਬੇਸਿਕ, ਉਹਦੇ ਵਿੱਚ ਕੋਈ ਭੱਤੇ ਨਹੀਂ ਦਿੱਤੇ ਜਾਣਗੇ 3 ਸਾਲ ਦੇ ਲਈ ਉਹਨਾਂ ਨੂੰ, ਇਹ ਰੱਖੀ ਹੈ। ਨੰਬਰ 2 ਜਿਹੜੀ ਤੁਸੀਂ ਗੱਲ ਕੀਤੀ ਹੈ ਏਡਡ ਔਰ ਅਨਏਡਡ ਕਾਲਜਸ ਦੀ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਇਹਨਾਂ ਤਿੰਨੋਂ ਯੂਨੀਵਰਸਿਟੀਆਂ ਦੇ ਅਧੀਨ ਕਈ 100 ਏਡਡ ਔਰ ਅਨਏਡਡ ਕਾਲਜ ਜਿਹੜੇ ਆ ਉਹ ਕੰਮ ਕਰ ਰਹੇ ਆ। ਹੁਣ ਇਹਦੇ ਵਿੱਚ ਯੂਨੀਵਰਸਿਟੀਆਂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਹਰ ਯੂਨੀਵਰਸਿਟੀ ਦਾ ਇੱਕ ਆਪਣਾ ਸੰਵਿਧਾਨ ਹੈ, ਜਿਹਨੂੰ ਅਸੀਂ ਯੂਨੀਵਰਸਿਟੀ ਦਾ ਕੈਲੰਡਰ ਕਹਿੰਦੇ ਹਾਂ। ਯੂਨੀਵਰਸਿਟੀ ਕੈਲੰਡਰ ਦੇ ਵਿੱਚ ਮੈਂ ਤੁਹਾਨੂੰ ਇੱਥੇ ਇੱਕ ਕਲੀਅਰ ਕਰਨਾ ਚਾਹੂੰਗਾ, ਇਹ ਪੰਜਾਬ ਯੂਨੀਵਰਸਿਟੀ ਦਾ ਕੈਲੰਡਰ ਹੈ, ਉਹਦੇ 'ਚ ਇੱਕ ਵੋਲਿਊਮ 1 ਦੇ ਵਿੱਚ ਕਲੌਜ਼ 14.1 ਹੈ। ਉਹ ਇਹ ਕਹਿੰਦੀ ਹੈ ਕਿ ਯੂਨੀਵਰਸਿਟੀ ਜਿਹੜੀ ਹੈ ਉਹ ਹਰ 4 ਸਾਲ ਬਾਅਦ ਕਾਲਜਾਂ ਦੀ ਇੱਕ ਪੀਰੀਓਡਿਕ ਇਨਸਪੈਕਸ਼ਨ ਕਰੇਗੀ। ਪੀਰੀਓਡਿਕ ਇਨਸਪੈਕਸ਼ਨ ਇਸ ਲਈ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ 3 ਚੀਜ਼ਾਂ ਉਹਨਾਂ ਨੇ ਬੜੀਆਂ ਇੰਪੋਰਟੈਂਟ ਜਿਹੜੀਆਂ ਚੈੱਕ ਕਰਨੀਆਂ। ਪਹਿਲੀ ਤਾਂ ਹੈ ਕਾਲਜਾਂ ਦਾ ਇਨਫਰਾਸਟ੍ਰਕਚਰ, ਨੰਬਰ 2 ਕਾਲਜਾਂ ਦੀਆਂ ਬੈਲੈਂਸ ਸ਼ੀਟਾਂ, ਔਰ ਤੀਸਰੀ ਜਿਹੜੀ ਚੀਜ਼ ਉਹਨਾਂ ਨੇ ਚੈੱਕ ਕਰਨੀ ਹੈਗੀ ਹੈ ਉਹ ਹੈਗੀ ਹੈ ਜਿਹੜੇ ਟੀਚਰਸ ਉੱਥੇ ਕੰਮ ਕਰ ਰਹੇ ਉਹਨਾਂ ਦੀ ਸਰਵਿਸ ਬੁੱਕ, ਜਿਹਦੇ ਵਿੱਚ ਉਹਨਾਂ ਦਾ ਸਾਰਾ ਰਿਕਾਰਡ ਹੈ, ਕਿੰਨੀ ਤਨਖਾਹ ਮਿਲਦੀ ਹੈ, ਕਿੰਨੀਆਂ ਛੁੱਟੀਆਂ ਮਿਲਦੀਆਂ, ਇਹਨਾਂ ਨੂੰ PhD ਦੀਆਂ ਇਨਕਰੀਮੈਂਟਸ ਦਿੱਤੀਆਂ ਕਾਲਜਾਂ ਨੇ ਕਿ ਨਹੀਂ ਦਿੱਤੀਆਂ ਨੇ, ਇਹ ਸਾਰਾ ਰਿਕਾਰਡ ਸਰਵਿਸ ਬੁੱਕ ਦੇ ਵਿੱਚ ਹੈ। ਔਰ ਦੁੱਖ ਦੀ ਗੱਲ ਹੈ, ਮੰਦਭਾਗੀ ਹੈ ਕਿ 15-15 ਸਾਲ ਹੋ ਗਏ ਹੈ ਇਹਨਾਂ ਤਿੰਨਾਂ ਯੂਨੀਵਰਸਿਟੀਆਂ ਨੇ ਪੀਰੀਓਡਿਕ ਇਨਸਪੈਕਸ਼ਨਸ ਨਹੀਂ ਕੀਤੀਆਂ, ਜਿਹਦੇ ਕਰਕੇ ਟੀਚਰ ਰੁਲੇ ਪਏ ਨੇ ਕਾਲਜਾਂ ਦੇ ਵਿੱਚ। ਤੁਸੀਂ ਕਾਲਜਾਂ ਦਾ ਸਰਵੇ ਕਰਵਾਓ, ਕਾਲਜਾਂ ਦੇ ਵਿੱਚ ਲੰਬੇ ਸਮੇਂ ਤੋਂ ਐਸੋਸੀਏਟ ਗ੍ਰੇਡ ਹੁੰਦਾ ਹੈ, ਪ੍ਰਮੋਸ਼ਨ ਹੁੰਦੀ ਹੈ ਟੀਚਰਸ ਦੀ, ਐਸੋਸੀਏਟ ਗ੍ਰੇਡ ਟੀਚਰਸ ਨੂੰ ਦੇਣੇ ਬੰਦ ਕੀਤੇ ਹੋਏ ਮੈਨੇਜਮੈਂਟਾਂ ਨੇ। ਇਸ ਤੋਂ ਇਲਾਵਾ PhD ਲੋਕ ਕਰਦੇ ਨੇ, ਰਿਸਰਚ ਵਰਕ ਨੂੰ ਇੰਡੀਆ ਦੇ ਵਿੱਚ ਪ੍ਰਮੋਟ ਕੀਤਾ ਜਾਂਦਾ, ਪ੍ਰਾਈਮ ਮਿਨਿਸਟਰ ਸਾਹਿਬ ਵੀ ਕਹਿੰਦੇ ਆ, ਲੇਕਿਨ ਲੋਕਾਂ ਨੇ ਇੰਨਾ ਰਿਸਰਚ ਵਰਕ ਕੀਤਾ, PhD ਕਰਕੇ ਆ ਰਹੇ ਆ, ਉਹਦੀ ਕੋਈ ਉਹਨਾਂ ਨੂੰ ਇਨਕਰੀਮੈਂਟਸ ਨਹੀਂ ਦਿੱਤੀਆਂ ਜਾ ਰਹੀਆਂ। ਸਾਡੀਆਂ ਜਿਹੜੀਆਂ ਲੇਡੀ ਲੈਕਚਰਰਸ ਨੇ ਕਾਲਜਸ 'ਚ ਕੰਮ ਕਰ ਰਹੀਆਂ, ਉਹਨਾਂ ਨੂੰ 6 ਮਹੀਨੇ ਦੀ ਇੱਕ ਮੈਟਰਨਿਟੀ ਲੀਵ ਮਿਲਦੀ ਹੈ ਬੱਚਾ ਹੋਣ 'ਤੇ। 6-6 ਮਹੀਨੇ ਦੀ ਮੈਟਰਨਿਟੀ ਲੀਵ ਨਹੀਂ ਦਿੱਤੀ ਜਾ ਰਹੀ, 3-3 ਮਹੀਨੇ ਦੀ ਹੈ।
ਇਹ ਸਭ ਕੁਝ ਕਿਉਂ ਹੋ ਰਿਹਾ? ਕਿਉਂਕਿ ਯੂਨੀਵਰਸਿਟੀਆਂ ਨੇ ਆਪਣਾ ਪੱਲਾ ਝਾੜ ਲਿਆ। ਯੂਨੀਵਰਸਿਟੀਆਂ ਨੂੰ ਇਹ ਚਾਹੀਦਾ ਸੀਗਾ ਕਿ ਬਈ ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਆਪਣੇ ਸੰਵਿਧਾਨ ਨੂੰ ਲਾਗੂ ਕਰਵਾਉਣਾ। ਸੋ ਇਸ ਕਰਕੇ ਕਾਲਜਾਂ ਦੇ ਵਿੱਚ ਹਾਲਾਤ ਬੜੇ ਖਰਾਬ ਹੋਏ ਆ। ਮੈਂ ਇੱਕ ਹੋਰ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਏਡਡ ਕਾਲਜਸ ਨੇ ਔਰ ਅਨਏਡਡ ਕਾਲਜਸ ਨੇ, ਉਹਨਾਂ 'ਚ ਰਿਟਾਇਰਮੈਂਟ ਤੋਂ ਬਾਅਦ ਕੋਈ ਪੈਨਸ਼ਨ ਦੀ ਪ੍ਰੋਵੀਜ਼ਨ ਨਹੀਂ ਹੈ। ਸਿਰਫ ਹਾਂ ਕਿ ਮੁਲਾਜ਼ਮ ਦਾ ਇੱਕ ਪ੍ਰੋਵੀਡੈਂਟ ਫੰਡ ਕੱਟਿਆ ਜਾਂਦਾ ਹੈ, ਉਹ ਪ੍ਰੋਵੀਡੈਂਟ ਫੰਡ ਦੀ ਰਕਮ ਉਹਦੀ ਕੁਝ ਲੱਖ ਹੋ ਜਾਂਦੀ ਹੈ ਰਿਟਾਇਰਮੈਂਟ ਦੇ ਵੇਲੇ, ਜਿਹਦੇ ਨਾਲ ਉਹ ਬੁਢਾਪੇ 'ਚ ਆਪਣੀ ਜ਼ਿੰਦਗੀ ਗੁਜ਼ਾਰ ਸਕਦਾ, ਜਿਹੜਾ ਕਿ ਨੇਸ਼ਨ ਬਿਲਡਰ ਜਿਹਨੂੰ ਅਸੀਂ ਕਹਿੰਦੇ ਹਾਂ। ਉਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਚਿੱਠੀ ਦਿੰਦਾ, 90% ਕਾਲਜਸ ਪੰਜਾਬ ਦੇ, 90% ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਇੱਕ ਚਿੱਠੀ 14/7/2011 ਦੀ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਚਿੱਠੀ ਹੈ। ਉਹ ਕਹਿ ਰਹੀ ਹੈ, ਇਟ ਇਜ਼ ਮੇਡ ਕਲੀਅਰ ਟੂ ਦਾ ਕਾਲਜਸ ਦੈਟ ਦਾ ਪ੍ਰੋਵੀਡੈਂਟ ਫੰਡ ਹੈਜ਼ ਟੂ ਬੀ ਡਿਡਕਟਿਡ and contributed by the employer for all whole-time teachers from the first day of joining of the service। ਮਤਲਬ ਜਿੱਦਣ ਤੁਸੀਂ ਸਰਵਿਸ ਜੁਆਇਨ ਕਰ ਲਈ, ਪਹਿਲੇ ਦਿਨ ਤੋਂ ਤੁਹਾਡਾ ਪ੍ਰੋਵੀਡੈਂਟ ਫੰਡ ਕੱਟਣਾ। ਔਰ ਮੈਂ ਦਾਅਵੇ ਨਾਲ ਕਹਿ ਰਿਹਾ ਤੁਹਾਡੇ ਚੈਨਲ ਤੇ 90% ਕਾਲਜਸ ਨੇ 2-2 ਸਾਲ ਲੋਕਾਂ ਦਾ ਪ੍ਰੋਵੀਡੈਂਟ ਫੰਡ ਕੱਟਣਾ ਨਹੀਂ ਸ਼ੁਰੂ ਕੀਤਾ, ਕਿਉਂਕਿ 2 ਸਾਲ ਸਾਡਾ ਪ੍ਰੋਵੇਸ਼ਨ ਦਾ ਪੀਰੀਅਡ ਹੁੰਦਾ ਹੈ। ਜਦੋਂ ਕਨਫਰਮ ਹੁੰਦੇ ਨੇ ਸਾਡੇ ਟੀਚਰਸ, ਉਦੋਂ ਉਹਨਾਂ ਦਾ ਪ੍ਰੋਵੀਡੈਂਟ ਫੰਡ ਕੱਟਣਾ ਸ਼ੁਰੂ ਕਰਦੇ ਨੇ। ਇਹ 2 ਸਾਲ ਦਾ ਖਾਮਿਆਜ਼ਾ ਸਾਡੇ ਪ੍ਰੋਫੈਸਰਾਂ ਨੂੰ ਭੁਗਤਣਾ ਪੈ ਰਿਹਾ। ਲੱਖਾਂ ਰੁਪਇਆਂ ਦੇ ਵਿੱਚ ਇਹ ਮੈਨੇਜਮੈਂਟਾਂ ਦੀਆਂ ਜੇਬਾਂ 'ਚ ਪੈਸਾ ਜਾ ਰਿਹਾ। ਬਹੁਤ ਵੱਡੀ ਇਹ ਤੁਸੀਂ ਜਿਹੜਾ ਪ੍ਰਾਈਵੇਟ ਕਾਲਜਾਂ ਦਾ ਜਿਹੜਾ ਤੇ ਸਰਕਾਰੀ ਦਾ ਵੀ ਤੰਤਰ ਜਿਹੜਾ, ਸਰਕਾਰੀ ਦੇ ਵਿੱਚ ਤਾਂ ਚਲੋ ਕੱਟਿਆ ਜਾਂਦਾ ਹੋਣਾ ਸਿਸਟਮ ਹੋਣਾ, ਪ੍ਰਾਈਵੇਟ ਕਾਲਜਾਂ ਦਾ ਬੜਾ ਬੁਰਾ ਹਾਲ ਹੈ ਤੁਸੀਂ ਦੱਸ ਰਹੇ ਹੋ। ਇਹ ਮਾਫੀਆ ਇਸ ਤਰ੍ਹਾਂ ਦਾ, ਇਹਦੇ ਪਿੱਛੇ ਜਿਹੜੀ ਸਰਕਾਰਾਂ ਕਿਉਂ, ਇਹਦਾ ਮਤਲਬ ਰਲੀਆਂ ਹੋਈਆਂ, ਅਫਸਰਸ਼ਾਹੀ ਵੀ ਰਲੀ ਹੋਈ ਆ? ਦੇਖੋ ਜੀ, ਲੱਗਦਾ ਤਾਂ ਇਸ ਤਰ੍ਹਾਂ ਹੀ ਹੈ। ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਜਾਣੂ ਕਰਾਇਆ ਜਾਵੇ ਕਿ ਬਾਰ-ਬਾਰ ਜਿਹੜੀਆਂ ਕਾਲਜ ਮੈਨੇਜਮੈਂਟਾਂ ਕਹਿੰਦੀਆਂ ਨੇ ਕਿ ਸਾਡੇ ਕੋਲ ਪੈਸਾ ਹੈ ਨਹੀਂ ਗਾ, ਸਾਨੂੰ ਬੜੀ ਮੁਸ਼ਕਲ ਆ ਰਹੀ ਹੈ। ਜਦੋਂ ਦਾ ਸਿਕਿਉਰਿਟੀ ਐਕਟ ਦੇ ਵਿੱਚ ਅਮੈਂਡਮੈਂਟ ਵੀ ਹੋਈ ਹੈ ਤੇ ਆਮ ਅਖਬਾਰਾਂ 'ਚ ਅਸੀਂ ਲੇਖ ਪੜ੍ਹੇ ਹੈ ਕਿ ਖਬਰਾਂ ਵੀ ਆ ਰਹੀਆਂ ਨੇ ਕਿ ਮੈਨੇਜਮੈਂਟ ਫੈਡਰੇਸ਼ਨ ਜਿਹੜੀ ਹੈ ਉਹ ਇਹਨੂੰ ਅਪੋਜ਼ ਕਰ ਰਹੀ ਹੈ। ਉਹ ਕਹਿ ਰਹੀ ਹੈ ਜੀ ਉਚੇਰੀ ਸਿੱਖਿਆ ਨੂੰ ਡਗਾਉਣ ਦਾ ਕੰਮ ਹੋ ਰਿਹਾ, ਇਹ ਗਲਤ ਹੋਈ ਹੈ ਅਮੈਂਡਮੈਂਟ। ਮੈਨੂੰ ਇੱਕ ਗੱਲ ਸਮਝ ਨਹੀਂ ਆਈ ਹੈ। 3 ਸਵਾਲ ਨੇ ਮੈਨੇਜਮੈਂਟ ਫੈਡਰੇਸ਼ਨ ਨੂੰ। ਪਹਿਲਾ, ਜੇ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜੀ ਅਸੀਂ ਚੈੱਕ ਲਗਾਵਾਂਗੇ, ਇਹ ਦੇਖਾਂਗੇ ਕਿ ਕੀ ਤੁਸੀਂ ਕੰਸਰਨਡ ਯੂਨੀਵਰਸਿਟੀਆਂ ਦੇ ਕੈਲੰਡਰ ਨੂੰ ਲਾਗੂ ਕਰਦੇ ਹੋ, ਇਹਦੇ 'ਚ ਕੀ ਗਲਤ ਗੱਲ ਕਰਤੀ, ਇਹਦੇ ਵਿੱਚ ਕਿਹੜੀ ਉਚੇਰੀ ਸਿੱਖਿਆ ਨੂੰ ਸੱਟ ਮਾਰ ਦਿੱਤੀ ਹੈ ਸਰਕਾਰ ਨੇ। ਨੰਬਰ 2, ਸਰਕਾਰ ਨੇ ਇਹ ਕਹਿ ਦਿੱਤਾ ਹੈ ਕਿ ਤੁਸੀਂ ਇਹ ਦੱਸੋ ਕਿ UGC ਦੇ ਰੂਲਸ ਨੂੰ ਫੋਲੋ ਕਰਦੇ ਹੋ ਤੁਸੀਂ, ਜਿਹੜੀ ਕਿ ਸਾਡੀ ਉਚੇਰੀ ਇੱਕ ਸੰਸਥਾ ਹੈਗੀ ਹੈ। ਇਹਦੇ 'ਚ ਮੈਨੇਜਮੈਂਟਾਂ ਨੂੰ ਕੀ ਪ੍ਰੋਬਲਮ ਹੈ ਜੇ UGC ਦੇ ਰੂਲਸ ਰੈਗੂਲੇਸ਼ਨਸ ਨੂੰ ਫੋਲੋ ਕੀਤਾ ਜਾਂਦਾ? ਇਹਦੇ ਨਾਲ ਕਿਹੜੀ ਉਚੇਰੀ ਸਿੱਖਿਆ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਪੰਜਾਬ ਦੇ ਵਿੱਚ? ਤੀਸਰਾ, ਸਰਕਾਰ ਨੇ ਇੱਕ ਚੈੱਕ ਲਗਾਇਆ ਕਿ ਜੇ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਹੈ, ਕਿਸੇ ਤਰ੍ਹਾਂ ਦੀ ਪੈਸੇ ਦੀ ਗੜਬੜੀ ਹੈ, ਉਹਨੂੰ ਚੈੱਕ ਕੀਤਾ ਜਾਏਗਾ ਸਰਕਾਰ ਦੇ ਵੱਲੋਂ। ਇਹਦੇ ਵਿੱਚ ਕੀ ਗਲਤੀ ਕਰਤੀ ਸਰਕਾਰ ਨੇ? ਮੇਰੀ ਸਮਝ ਤੋਂ ਬਾਹਰ ਹੈ ਕਿ ਮੈਨੇਜਮੈਂਟ ਫੈਡਰੇਸ਼ਨ ਦੀਆਂ ਨੀਂਦਾਂ ਕਿਉਂ ਉਸ ਦਿਨ ਦੀਆਂ ਖਤਮ ਹੋ ਗਈਆਂ ਨੇ, ਜਾਂ ਨੀਂਦਾਂ ਉੜ ਗਈਆਂ ਨੇ ਜਿੱਦਣ ਦੀਆਂ ਸਰਕਾਰ ਨੇ ਇਹ ਅਮੈਂਡਮੈਂਟ ਕਰ ਦਿੱਤੀ ਹੈ ਔਰ ਸੈਕਸ਼ਨ C, ਖਾਸ ਕਰਕੇ 7C ਜਿਹੜਾ ਜੋੜ ਦਿੱਤਾ ਹੈਗਾ। ਮੈਂ ਤੁਹਾਨੂੰ ਇਹਦੇ ਵਿੱਚ ਇੱਕ ਐਗਜ਼ਾਮਪਲ ਦਊਂਗਾ। ਅਸੀਂ ਕਾਫੀ ਦਿਨ ਤੋਂ RTI ਦੇ ਥਰੂ ਸਾਨੂੰ ਲੱਗਿਆ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਸੈਂਟਰ ਗਵਰਨਮੈਂਟ ਨੇ ਬਣਾਇਆ, ਐਕਸਪੋਜ਼ ਕੀਤਾ, ਬਹੁਤ ਸਾਰੇ ਖੁਲਾਸੇ RTI ਨੇ ਕੀਤੇ ਨੇ ਹਿੰਦੁਸਤਾਨ ਦੇ ਵਿੱਚ। ਅਸੀਂ ਵੀ ਕੋਸ਼ਿਸ਼ ਕੀਤੀ। ਮੈਂ ਪੰਜਾਬ ਦੇ ਕੁਝ ਕਾਲਜਾਂ ਦੇ ਵਿੱਚ RTI ਦੇ ਵਿੱਚ ਸਿਰਫ ਇਹ ਲੋਕਾਂ ਨੂੰ ਦੱਸਣ ਦੇ ਲਈ ਵੀ ਇਹਨਾਂ ਮੈਨੇਜਮੈਂਟਾਂ ਦੇ ਕੋਲ ਕਿੰਨਾ ਪੈਸਾ, ਮੈਂ RTI ਪਾਈ ਔਰ RTI ਦੇ ਵਿੱਚ ਮੈਂ 5-6 ਸਵਾਲ ਪੁੱਛੇ ਉਹਨਾਂ ਨੂੰ। ਡਿਸਟ੍ਰਿਕਟ ਹੁਸ਼ਿਆਰਪੁਰ ਦਾ ਇੱਕ ਕਾਲਜ ਹੈ, 50 ਸਾਲ ਪੁਰਾਣਾ ਕਾਲਜ। ਮੈਂ ਉਹਨੂੰ ਸਵਾਲ ਪੁੱਛੇ ਕਿ ਮੈਨੂੰ ਇਹ ਦੱਸ ਦਿਓ ਕਿ ਤੁਹਾਡਾ ਇੱਕ ਫੰਡ ਹੁੰਦਾ ਪ੍ਰਿੰਸੀਪਲ ਫੰਡ, ਉਹਦੇ ਵਿੱਚ ਕਿੰਨਾ ਪੈਸਾ? ਨੰਬਰ 2, ਮੈਂ ਇਹ ਪੁੱਛਿਆ ਕਿ ਤੁਹਾਡੀ ਜਿਹੜੀ ਮੈਨੇਜਮੈਂਟ ਫੰਡ ਹੈ ਉਹਦੇ ਵਿੱਚ ਕਿੰਨਾ ਪੈਸਾ? ਇੱਕ ਬੱਚਿਆਂ ਦਾ ਅਕਾਊਂਟ ਹੁੰਦਾ ਜਿਹਦੇ 'ਚ ਬੱਚਿਆਂ ਦਾ ਪੈਸਾ ਜਾਂਦਾ, ਅਮਲਗਾਮੇਟਿਡ ਫੰਡ। ਮੈਂ ਪੁੱਛਿਆ ਕਿ ਉਹਦੇ ਵਿੱਚ ਕਿੰਨਾ ਪੈਸਾ ਹੈਗਾ? ਮੈਂ ਪੁੱਛਿਆ ਕਿ ਪਿਛਲੇ 10 ਸਾਲਾਂ 'ਚ ਜਿੰਨੀ ਵੀ ਤੁਸੀਂ ਕੰਸਟਰਕਸ਼ਨ ਕਰਵਾਈ ਹੈ ਉਹਦੇ 'ਤੇ ਸਾਰੇ ਮੈਨੂੰ ਬਿੱਲ ਦੀਆਂ ਕਾਪੀਆਂ ਉਹਦੀਆਂ ਦਿੱਤੀਆਂ ਜਾਣ। ਔਰ ਮੈਂ ਪੁੱਛਿਆ ਕਿ ਕੀ ਕਾਲਜ ਨੇ ਕੋਈ ਜ਼ਮੀਨ ਖਰੀਦੀ ਹੈ? ਕਿਉਂਕਿ ਸਾਡੀ ਨੌਲੇਜ 'ਚ ਆ ਰਿਹਾ ਸੀ ਵੀ ਕਾਲਜ ਮੈਨੇਜਮੈਂਟਾਂ ਜਿਹੜੀਆਂ ਨੇ ਪ੍ਰਾਪਰਟੀ ਡੀਲਰਾਂ ਦੇ ਅੱਡੇ ਬਣ ਗਏ ਨੇ, ਜ਼ਮੀਨਾਂ ਖਰੀਦੀਆਂ ਹੋਈਆਂ ਨੇ ਇਹਨਾਂ ਨੇ। ਔਰ ਜ਼ਮੀਨਾਂ ਕੋਈ ਕਾਲਜ ਦੇ ਲਈ ਨਹੀਂ, ਕਾਲਜਾਂ ਤੋਂ 5-5, 6-6 ਕਿਲੋਮੀਟਰ ਪਰੇ ਜਾ ਕੇ ਖਰੀਦੀਆਂ ਹੋਈਆਂ ਨੇ। ਮੈਨੂੰ ਪਹਿਲਾਂ ਤਾਂ ਰਿਕਾਰਡ ਨਹੀਂ ਦਿੱਤਾ ਜਾਂਦਾ। 60 ਦਿਨ ਬਾਅਦ ਮੇਰੇ ਕੋਲ ਰਿਕਾਰਡ ਆਉਂਦਾ ਔਰ ਤੁਹਾਡੇ ਦਰਸ਼ਕਾਂ ਲਈ ਮੈਂ ਦੱਸਣਾ ਚਾਹੁੰਦਾ, ਉਸ ਕਾਲਜ ਦਾ ਜਦੋਂ ਰਿਕਾਰਡ ਆਇਆ, ਉਸ ਕਾਲਜ ਨੇ 18 ਕਨਾਲ 8 ਮਰਲੇ ਜ਼ਮੀਨ ਖਰੀਦੀ ਹੋਈ ਹੈ 6 ਕਿਲੋਮੀਟਰ ਪਰੇ ਜਾ ਕੇ। ਜਦੋਂ ਅਸੀਂ ਉਹਦੀ ਜ਼ਮੀਨੀ ਕੀਮਤ ਬਾਜ਼ਾਰ 'ਚ ਪਤਾ ਕੀਤੀ, 3 ਕਰੋੜ ਤੋਂ ਉੱਪਰ।
ਬਾਕੀ ਜਿੰਨੇ ਸਵਾਲ ਪੁੱਛੇ ਤੁਸੀਂ ਹੈਰਾਨ ਹੋਵੋਗੇ। ਸਵਾਲ ਦਾ ਜਵਾਬ ਮੈਨੂੰ ਦਿੱਤਾ ਜਾਂਦਾ ਹੈ, ਉਹਦੇ ਵਿੱਚ ਕਾਲਜ ਕਹਿੰਦਾ ਸਾਡਾ ਆਹ ਅਕਾਊਂਟ ਨੰਬਰ ਹੈ, ਆਹ IFSC ਕੋਡ ਹੈ, ਆਹ ਬੈਂਕ ਦਾ ਨੇਮ ਹੈਗਾ, ਅਕਾਊਂਟ ਹੋਲਡਰ ਆਹ ਹੈ। ਜਿੱਥੇ ਪੈਸੇ ਦੀ ਗੱਲ ਹੈ ਉਹ ਬੰਦ ਕਰ ਦਿੱਤਾ ਗਿਆ, ਪੈਸਾ ਨਹੀਂ ਦੱਸਿਆ ਗਿਆ। ਕਿਉਂ? ਕਿਉਂਕਿ ਜੇ ਪੈਸਾ ਦੱਸਿਆ ਜਾਂਦਾ ਤਾਂ ਉਹ ਪੈਸਾ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਣਾ ਸੀਗਾ। ਇਹ ਪਬਲਿਕ ਫੰਡਡ ਇੰਸਟੀਟਿਊਸ਼ਨਸ ਨੇ, ਇਹਨਾਂ ਨੂੰ ਦੱਸਣਾ ਪਏਗਾ ਪੈਸਾ। ਅਸੀਂ ਕਮਿਸ਼ਨਰ ਕੋਲ ਅਪੀਲ ਕੀਤੀ ਹੈ, ਪੈਸਾ ਤਾਂ ਇਹਨਾਂ ਦਾ ਕਢਾਵਾਂਗੇ। 15-20 ਕਾਲਜਸ ਨੂੰ RTI ਪਾਈ ਹੈ ਤਾਂ ਕਿ ਜਿਹੜੀਆਂ ਕਾਲਜ ਮੈਨੇਜਮੈਂਟਾਂ ਸਰਕਾਰ ਨੂੰ ਬਾਰ-ਬਾਰ ਇਹ ਕਹਿ ਰਹੀਆਂ ਕਿ ਜੀ ਸਾਡੇ ਕੋਲ ਤਾਂ ਕਾਲਜ ਚੱਲਦੇ ਨਹੀਂ ਹੈ, ਇਹ ਤਾਂ ਕਾਲਜ ਮੁਸ਼ਕਲ ਹੋ ਗਏ ਹੈ। ਬਹੁਤ ਸਾਰੇ ਲੋਕਾਂ ਨੇ ਕਿਹਾ ਜੀ ਕਾਲਜ ਛੱਡ ਦਿਓ, ਅਸੀਂ ਚਲਾ ਲੈਂਦੇ ਹਾਂ, ਸਾਨੂੰ ਦੇ ਦਿਓ ਕਾਲਜ ਤੁਸੀਂ ਲੀਜ਼ ਤੇ, ਅਸੀਂ ਚਲਾ ਕੇ ਦਿਖਾਉਂਦੇ ਹਾਂ। ਸੋ ਇਸ ਕਰਕੇ ਇਹ ਕਾਲਜਾਂ ਦੀਆਂ ਜਿਹੜੀਆਂ ਮਨਮਾਨੀਆਂ ਸੀਗੀਆਂ, ਇਹਨਾਂ ਨੂੰ ਕਿਤੇ ਲੋਕਾਂ ਦੇ ਸਾਹਮਣੇ ਉਜਾਗਰ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੋਇਆ ਪਿਆ ਸੀਗਾ। ਔਰ ਇਹਦੇ ਵਿੱਚ ਵਰਤਮਾਨ ਸਰਕਾਰ ਨੇ ਜੋ ਯੋਗਦਾਨ ਕੀਤਾ ਉਹਦੇ ਲਈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਚਲੋ, ਇਹ ਤਾਂ ਸਰਕਾਰ ਦੀ ਨੇ ਜਾਗੀ ਆ, ਮਤਲਬ ਨੀਂਦ 'ਚੋਂ ਖੁੱਲੀ ਹੁਕਮ ਕਰਨੀ ਸੀ, ਨੀਂਦ ਦੇ ਵਿੱਚ ਉਹਨੇ ਸੁਣਵਾਈ ਕਰਨ ਦੀ ਕੋਸ਼ਿਸ਼ ਕੀਤੀ ਆ ਜੀ। ਇਹ ਜਿਹੜੇ ਕਾਲਜਸ ਨੇ ਜੀ, ਪਿੱਛੇ ਜੇ ਵਜ਼ੀਫਿਆਂ ਦਾ ਵੀ ਰੌਲਾ ਪੈਂਦਾ ਰਹਿੰਦਾ ਜੀ। SC ਸਟੂਡੈਂਟਸ ਨੂੰ, ਜਿਹੜੇ ਗਰੀਬ ਬੱਚੇ ਨੇ, ਉਹਨਾਂ ਦੀਆਂ ਫੀਸਾਂ ਦਾ ਜੀ, ਉਹਨਾਂ ਨੂੰ ਵਜ਼ੀਫੇ ਮਿਲਦੇ ਆ, ਵਜ਼ੀਫੇ ਦੀ ਰਾਸ਼ੀ ਨਹੀਂ ਮਿਲਦੀ, ਜਾਂ ਜਿਹੜੀਆਂ ਉਹਨਾਂ ਦੀਆਂ ਸੈਂਟਰ ਦੀਆਂ ਸਕੀਮਸ ਹੈਗੀਆਂ ਨੇ, ਵਜ਼ੀਫਾ ਸਕੀਮ ਜਾਂ ਹੋਰ ਫੀਸ ਮਾਫੀ ਆ, ਉਹਦਾ ਵੀ ਕਾਫੀ, ਉਹਦੇ ਪਿੱਛੇ ਵੀ ਕਾਫੀ ਰੌਲਾ ਪਿਆ। ਬਿਲਕੁਲ ਠੀਕ ਹੈ ਜੀ। ਉਹਦੇ ਬਾਰੇ ਤੁਹਾਨੂੰ ਮੈਂ ਇਹਦੇ 'ਚ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਤੁਸੀਂ ਵਜ਼ੀਫਿਆਂ ਦੀ ਗੱਲ ਕੀਤੀ ਹੈ, ਪਿੱਛੇ ਜੀ ਪੰਜਾਬ ਸਰਕਾਰ ਨੇ ਜਾਂਚ ਵੀ ਕਰਵਾਈ ਇਹਦੀ, ਬਹੁਤ ਸਾਰੇ ਕਾਲਜਾਂ ਦੇ ਵਿੱਚ ਆ ਕੇ ਜਾਂਚ ਵੀ ਹੋਈ ਹੈ। ਉਹ ਵੀ ਅਸੀਂ RTI ਦੇ ਵਿੱਚ ਮੰਗਿਆ ਹੋਇਆ, ਉਹ ਵੀ RTI 'ਚ ਜਦੋਂ ਸਾਡੇ ਕੋਲ ਰਿਕਾਰਡ ਆ ਜਾਏਗਾ ਉਹ ਅਸੀਂ ਲੋਕਾਂ ਦੇ ਸਾਹਮਣੇ ਰੱਖਾਂਗੇ, ਪੰਜਾਬ ਦੀ ਜਨਤਾ ਦੇ ਸਾਹਮਣੇ, ਕਿ ਵਜ਼ੀਫਿਆਂ ਦੇ ਵਿੱਚ ਵੀ ਕੀ ਗੜਬੜੀਆਂ ਹੋ ਰਹੀਆਂ। ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਕਿ ਜਦੋਂ ਇੱਕ ਯੂਨੀਵਰਸਿਟੀ ਦੇ ਅਧੀਨ 200 ਕਾਲਜ ਕੰਮ ਕਰ ਰਿਹਾ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਤੁਸੀਂ ਹੈਰਾਨ ਹੋਵੋਗੇ ਯੂਨੀਵਰਸਿਟੀ ਜਿਹੜੀ ਹੈ ਉਹ ਇੱਕੋ ਫੀਸ ਸਿਸਟਮ ਲਾਗੂ ਕਰਦੀ ਹੈ। ਮਤਲਬ ਜੇ ਹੁਸ਼ਿਆਰਪੁਰ ਦੇ ਵਿੱਚ ਕੋਈ ਕਾਲਜ ਹੈ ਤਾਂ ਉਹਦੀ ਫੀਸ ਵੀ ਉਨੀ ਹੋਏਗੀ, ਲੁਧਿਆਣੇ ਵਿੱਚ ਵੀ ਉਨੀ ਹੋਏਗੀ, ਤੇ ਅਬੋਹਰ ਦੇ ਵਿੱਚ ਵੀ ਉਨੀ ਹੋਏਗੀ, ਤੇ ਫਾਜ਼ਿਲਕਾ 'ਚ ਵੀ ਉਨੀ ਹੋਏਗੀ। ਪ੍ਰਾਈਵੇਟ ਕਾਲਜਾਂ ਜਿਹੜੇ ਏਡਡ ਨੇ ਚਾਹੇ ਉਹ ਅਨਏਡਡ ਨੇ। ਔਰ ਤੁਹਾਡੇ ਲਈ ਹੈਰਾਨੀ ਦੀ ਗੱਲ ਹੈ ਜਨਤਾ ਲਈ ਕਿ ਮੈਂ ਲੁਧਿਆਣੇ ਦੇ ਕਾਲਜਾਂ ਦੀ ਗੱਲ ਕਰਦਾ, ਇੱਕ ਕਾਲਜ ਇੱਕੋ ਕੋਰਸ ਦੀ 28,000 ਰੁਪਈਆ ਫੀਸ ਲੈ ਰਿਹਾ, ਦੂਜਾ ਕਾਲਜ ਉਸੇ ਕੋਰਸ ਦੀ 80,000 ਰੁਪਈਆ ਫੀਸ ਲੈ ਰਿਹਾ, ਇੱਕ ਕਾਲਜ 46,000 ਰੁਪਈਆ ਫੀਸ ਲੈ ਰਿਹਾ। ਯੂਨੀਵਰਸਿਟੀ ਨੂੰ ਨਹੀਂ ਪਤਾ ਇਹ ਗੱਲ? ਜੇ ਇਹ ਮੈਨੂੰ ਪਤਾ ਗੱਲ, ਇਹ ਪੰਜਾਬ ਦੇ ਕਾਲਜਾਂ ਦੇ ਪ੍ਰੋਫੈਸਰਾਂ ਨੂੰ ਪਤਾ ਇਹ ਗੱਲ, ਤਾਂ ਯੂਨੀਵਰਸਿਟੀ ਨੂੰ ਕਿਉਂ ਨਹੀਂ ਪਤਾ? ਇਹਦਾ ਮਤਲਬ ਕਿਤੇ ਯੂਨੀਵਰਸਿਟੀ ਵੀ ਨਾਲ ਹੀ ਰਲ ਗਈ ਹੋਈ ਹੈ ਤੇ ਸਰਕਾਰ ਦੀ ਅਫਸਰਸ਼ਾਹੀ ਵੀ ਨਾਲ ਰਲ ਗਈ। ਫਿਰ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਬਿਲਕੁਲ ਠੀਕ ਕਹਿ ਰਹੇ ਹੋ। ਇਸੇ ਕਰਕੇ ਅਸੀਂ ਇਹਨੂੰ ਐਕਸਪੋਜ਼ ਕਰਨਾ ਚਾਹੁੰਦੇ ਹਾਂ ਵੀ ਇੱਕ ਫੀ ਜਿਹੜੀ ਹੈਗੀ ਹੈ ਉਹ ਵੱਖ-ਵੱਖ ਕਾਲਜਾਂ 'ਚ, ਇਹਦਾ ਮਤਲਬ ਹੈ ਜਿਹੜਾ ਕਾਲਜ 80,000 ਰੁਪਈਆ ਫੀਸ ਲੈ ਰਿਹਾ ਜਾਂ 46,000 ਰੁਪਇਆ ਫੀਸ ਲੈ ਰਿਹਾ, ਉੱਥੇ ਤੁਸੀਂ ਇਹ ਸੋਚੋ ਕਿ ਵਿਦਿਆਰਥੀ ਵਰਗ ਦਾ ਕਿੱਡਾ ਵੱਡਾ ਸ਼ੋਸ਼ਣ ਹੋ ਰਿਹਾ। ਮਾਪੇ ਜਿੱਥੇ ਕਿ ਕਰੋਨਾ ਦੇ ਪੀਰੀਅਡ ਦੇ ਵਿੱਚ ਲੋਕਾਂ ਦੀਆਂ ਜੌਬਸ ਚਲੀਆਂ ਗਈਆਂ, ਲੋਕਾਂ ਕੋਲ ਪੈਸਾ ਨਹੀਂ ਸੀ, ਉੱਥੇ ਤੁਸੀਂ 80,000 ਰੁਪਈਆ ਵਿਅਕਤੀਆਂ ਲੋਕਾਂ ਕੋਲੋਂ ਚਾਰਜ ਕਰ ਰਹੇ ਹੋ। ਇਸ ਤੋਂ ਵੱਧ ਉੱਚ ਸਿੱਖਿਆ ਦਾ ਨਿਗਾਰ ਕੀ ਹੋ ਸਕਦਾ? ਤੇ ਫਿਰ ਅਸੀਂ ਕਹਿੰਦੇ ਹਾਂ ਕਿ ਸਾਡੇ ਨੌਜਵਾਨ ਕੈਨੇਡਾ ਜਾਣਾ ਚਾਹੁੰਦੇ ਨੇ, ਆਸਟ੍ਰੇਲੀਆ ਦੇ ਵੀਜ਼ੇ ਲਈ ਅਪਲਾਈ ਕਰਦੇ ਆ, USA ਦੇ ਵੀਜ਼ੇ ਲਈ ਅਪਲਾਈ ਕਰਦੇ ਆ, ਲਾਈਨਾਂ ਲੱਗੀਆਂ ਪਈਆਂ ਨੇ, ਕਿਉਂ ਨਾ ਜਾਣ? ਮੈਂ ਪ੍ਰੋਫੈਸਰ ਹਾਂ ਮਾਨਸ਼ਈਆ ਸਾਹਿਬ, ਮੈਨੂੰ ਕਲਾਸ 'ਚ ਕਹਿਣਾ ਬੜਾ ਔਖਾ ਹੁੰਦਾ। ਵਿਦਿਆਰਥੀ ਜਦੋਂ ਪੁੱਛਦੇ ਆ ਕਿ ਪ੍ਰੋਫੈਸਰ ਸਾਹਿਬ ਕਿਸ ਪੇਸ਼ੇ 'ਚ ਜਾਈਏ, ਮੈਂ ਕੀ ਕਹਾਂ ਉਹਨਾਂ ਨੂੰ ਵੀ ਸਾਨੂੰ ਤਾਂ ਬਈ ਤਨਖਾਹਾਂ ਨਹੀਂ ਪੂਰੀਆਂ ਮਿਲਦੀਆਂ, ਸਾਨੂੰ ਤਾਂ ਡਰ ਹੈ ਮੈਨੇਜਮੈਂਟਾਂ ਕਿਤੇ ਕੱਢ ਨਾ ਦੇਣ। ਤਾਂ ਕੀ ਕਹੀਏ ਉਹਨਾਂ ਨੂੰ ਵੀ ਪ੍ਰੋਫੈਸਰ ਬਣ ਜਿਓ ਤੁਸੀਂ? ਉਹ ਕਹਿੰਦੇ ਪ੍ਰੋਫੈਸਰ ਸਾਹਿਬ ਕਦੀ ਆਏ ਦਿਨ ਤੁਸੀਂ ਇੱਥੇ 25 ਸੈਕਟਰ ਦੇ ਵਿੱਚ ਧਰਨੇ 'ਤੇ ਬੈਠੇ ਹੁੰਦੇ ਹੋ, ਕਦੀ ਤੁਸੀਂ ਕਾਲਜ 'ਤੇ ਧਰਨੇ 'ਤੇ ਬੈਠੇ ਹੁੰਦੇ ਹੋ, ਇਹ ਕੀ ਪੇਸ਼ਾ ਹੈ? ਕਿਉਂਕਿ ਨੇਸ਼ਨ ਬਿਲਡਰ ਹੈ ਅਸੀਂ ਰਾਸ਼ਟਰ ਨਿਰਮਾਤਾ, ਰਾਸ਼ਟਰ ਨੂੰ ਸਿਰਜਣਾ। ਸਾਡਾ ਕੰਮ ਕਲਾਸਾਂ 'ਚ ਵਿਦਿਆਰਥੀਆਂ ਦੇ ਨਾਲ ਡਿਸਕਸ਼ਨਸ ਕਰਨੀਆਂ ਨੇ, ਵਿਦਿਆਰਥੀਆਂ ਦੇ ਨਾਲ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੈ। ਅਤੇ ਅਸੀਂ ਕੀ ਕਰ ਰਹੇ ਹਾਂ? ਸਾਨੂੰ ਤਾਂ ਲਾਲੇ ਪਏ ਹੋਏ ਨੇ, ਤਨਖਾਹ ਮਿਲੂ ਕਿ ਨਹੀਂ ਮਿਲੂ? ਮਾਨਸ਼ਈਆ ਸਾਹਿਬ, ਕਰੋਨਾ ਪੀਰੀਅਡ ਦੇ ਵਿੱਚ ਮੈਂ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਨੂੰ ਇੱਕ ਚਿੱਠੀ ਪਾਈ, ਅਸੀਂ ਇੱਕ ਡਾਟਾ ਕਲੈਕਟ ਕੀਤਾ, 72 ਕਾਲਜਾਂ 'ਚ ਪੰਜਾਬ ਦੇ ਵਿੱਚ 6-6 ਮਹੀਨੇ ਤੋਂ 8-8 ਮਹੀਨੇ ਤੱਕ ਤਨਖਾਹਾਂ ਨਹੀਂ ਪ੍ਰੋਫੈਸਰਾਂ ਨੂੰ ਮਿਲੀਆਂ। ਮੈਂ ਉਸ ਪੱਤਰ ਦੇ ਵਿੱਚ ਖਾਸ ਤੌਰ 'ਤੇ ਲਿਖਿਆ ਸੀ ਵੀ ਸਰ ਜੇ ਪ੍ਰੋਫੈਸਰ ਦੀ ਮਾਂ ਜਾਂ ਪਿਓ ਬਿਮਾਰ ਹੋ ਜਾਂਦਾ ਉਹ ਕਿੱਥੇ ਜਾਵੇਗਾ ਜੇ 6 ਮਹੀਨੇ ਉਹਨੂੰ ਤਨਖਾਹ ਨਹੀਂ ਮਿਲਦੀ? ਉਹ ਨਿਆਣੇ ਨੂੰ ਪੜ੍ਹਾਉਣ ਦੇ ਬਾਰੇ ਸੋਚੇਗਾ, ਆਪਣਾ ਟੌਪਿਕ ਤਿਆਰ ਕਰੇਗਾ, ਜਾਂ ਸੋਚੇਗਾ ਕਿ ਮੇਰੀ ਮਾਂ ਨੂੰ ਦਵਾਈ ਮਿਲੂਗੀ ਕਿ ਨਹੀਂ ਮਿਲੇਗੀ? ਇਹ ਬਹੁਤ ਵੱਡੀ ਗੰਭੀਰ ਸਮੱਸਿਆ ਹੈ। ਲੇਕਿਨ ਮੈਂ ਫਿਰ ਕਹਿ ਰਿਹਾ, ਤੁਸੀਂ ਜਿਹੜੀ ਬਾਰ-ਬਾਰ ਗੱਲ ਕਹਿ ਰਹੇ ਆ, ਸਰਕਾਰ ਜਾਗੀ ਹੈ। ਵਾਕਈ ਤੁਹਾਡੀ ਗੱਲ ਠੀਕ ਹੈ, 4.5 ਸਾਲ ਸਾਨੂੰ ਕੁਛ ਨਜ਼ਰ ਨਹੀਂ ਸੀ ਆ ਰਿਹਾ, ਲੇਕਿਨ ਸਰਦਾਰ ਪ੍ਰਗਟ ਸਿੰਘ ਦੇ ਆਉਣ ਦੇ ਨਾਲ ਸਾਨੂੰ ਇੱਕ ਉਮੀਦ ਜਾਗੀ ਹੈ, ਕਿਉਂਕਿ ਆਹ ਇੱਕ ਸਟੈਪ ਉਹਨਾਂ ਨੇ ਕਰਕੇ ਦਿਖਾਤਾ। ਇੱਕ ਹੁੰਦਾ ਕਿ ਲਾਰਾ ਲਾਣਾ, ਇੱਕ ਹੁੰਦਾ ਕਰਕੇ ਦਿਖਾਤਾ। ਇਹ ਬਹੁਤ ਵੱਡਾ ਕੰਮ ਸਰਕਾਰ ਨੇ ਕਰ ਦਿੱਤਾ ਹੈ। ਔਰ ਜਿਹੜੀ ਇੱਕ ਲਗਾਮ ਲਗਾਈ ਹੈ
ਮੈਨੇਜਮੈਂਟਾਂ ਦੇ ਉੱਪਰ ਇਹ ਬਹੁਤ ਜ਼ਰੂਰੀ ਸੀ। ਜੀ ਸਾਹਿਬ, ਇਹ ਜਿਹੜਾ ਹੈਗਾ ਸਿਸਟਮ ਇੰਨਾ ਸਾਡਾ ਖਰਾਬ ਹੋ ਰਿਹਾ ਜੀ, ਲਗਾਤਾਰ ਹਰੇਕ ਸਿਸਟਮ ਦੇ ਵਿੱਚ ਮਾਫੀਆ ਪੈਦਾ ਹੋ ਜਾਂਦਾ ਜੀ। ਪਿੱਛੇ ਜੇ ਫੀਸ ਕਾਉਂਸਲ ਮਤਲਬ ਫੀਸ ਕੰਟਰੋਲ ਅਥਾਰਟੀ ਬਣਾਉਣ ਦਾ ਸਰਕਾਰ ਨੇ ਐਲਾਨ ਕੀਤਾ ਸੀ। ਕਾਂਗਰਸ ਨੇ ਵੀ ਇਹ ਵਾਅਦਾ ਕੀਤਾ ਸੀ ਕਿ ਜਿਹੜੀਆਂ ਮਨਮਾਨੀਆਂ ਕਰਦੇ ਨੇ ਪ੍ਰਾਈਵੇਟ ਸਕੂਲ ਆ, ਚਾਹੇ ਕਾਲਜਿਸ ਨੇ, ਚਾਹੇ ਯੂਨੀਵਰਸਿਟੀਆਂ ਨੇ, ਉਹਨਾਂ ਦੇ ਫੀਸ ਚੈੱਕ ਤੇ ਲਾਉਣ ਲਈ ਇੱਕ ਅਥਾਰਟੀ ਦਾ ਗਠਨ ਹੋਣਾ ਸੀ, ਜਿਹਦੇ ਵਿੱਚ ਸਰਕਾਰ ਦੇ ਨੁਮਾਇੰਦੇ ਵੀ ਹੋਣੇ ਸੀ, ਕਾਲਜਾਂ ਦੇ ਵੀ ਹੋਣੇ ਤੇ ਆਪਣਾ ਦੂਸਰਾ ਯੂਨੀਵਰਸਿਟੀਆਂ ਦੇ ਤੇ ਪੇਰੈਂਟਸ ਵੀ ਹੋਣੇ ਸੀ ਜੀ। ਉਹ ਹਜੇ ਤੱਕ ਨਹੀਂ ਬਣ ਸਕੀ ਜੀ। ਅੰਡਰ ਦੀ ਪ੍ਰੈਸ਼ਰ ਕਿਉਂ ਨਹੀਂ ਬਣ ਸਕੀ, ਉਹਦੇ ਬਾਰੇ ਤੁਹਾਡਾ ਕੀ? ਇਸ ਤਰ੍ਹਾਂ ਹੈ ਜੀ, ਮੈਂ ਤੁਹਾਨੂੰ ਫੀਸ ਸਟਰਕਚਰ ਦੀ ਗੱਲ ਕਰਾਂ। ਪਹਿਲੀ ਗੱਲ ਤਾਂ ਜੇ ਅਸੀਂ ਆਲੇ ਦੁਆਲੇ ਦੇ ਰਾਜਾਂ 'ਚ ਝਾਤ ਮਾਰੀਏ ਤਾਂ ਹਰਿਆਣਾ ਔਰ ਹਿਮਾਚਲ ਸਾਡੇ ਪੰਜਾਬ ਨਾਲੋਂ ਡਬਲ ਤੋਂ ਜ਼ਿਆਦਾ ਉੱਥੇ ਸਰਕਾਰੀ ਕਾਲਜ ਨੇ। ਮੈਂ ਸਰਕਾਰੀ ਕਾਲਜ ਇਸ ਕਰਕੇ ਕਹਿ ਰਿਹਾ ਕਿ ਅੱਜ ਜੇ ਇੱਕ ਸਰਕਾਰੀ ਕਾਲਜ 'ਚ ਬੱਚਾ BA ਜਾਂ MA ਜਾਂ BCom ਜਾਂ BSc ਦੇ ਵਿੱਚ ਜਾਂਦਾ ਹੈ ਤਾਂ ਉੱਥੇ ਸਮੈਸਟਰ ਦੀ ਫੀਸ 3200 ਰੁਪਈਆ। ਅਤੇ ਜੇ ਤੁਸੀਂ ਬਾਕੀ ਪ੍ਰਾਈਵੇਟ ਕਾਲਜਾਂ ਦੇ ਵਿੱਚ ਆ ਜਾਂਦੇ ਹੋ ਤਾਂ ਘੱਟੋ ਘੱਟ 15000 ਰੁਪਈਆ ਸਮੈਸਟਰ ਦੀ ਹੈ। ਮਤਲਬ ਕਿੱਥੇ 7200 ਰੁਪਈਏ ਦੇ ਵਿੱਚ 7000 ਦੇ ਵਿੱਚ ਇੱਕ ਬੱਚਾ ਪੂਰੇ ਸਾਲ ਦੇ ਵਿੱਚ ਇੱਕ ਸਾਲ ਦਾ ਆਪਣਾ ਕੋਰਸ ਪੂਰਾ ਕਰ ਲੈਂਦਾ, ਅਤੇ ਕਿੱਥੇ 30-32 ਰੁਪਈਆ ਮਿਨੀਮਮ। ਮੈਂ ਕਹਿ ਰਿਹਾ, ਮੈਂ ਤੁਹਾਨੂੰ ਹੁਣੇ ਐਗਜ਼ਾਮਪਲ ਦਿੱਤੀ ਵੀ 80-80 ਹਜ਼ਾਰ ਵੀ ਲਿਆ ਜਾ ਰਿਹਾ ਅਤੇ 46,000 ਵੀ ਲਿਆ ਜਾ ਰਿਹਾ। ਮਿਨੀਮਮ ਵੀ ਮੈਂ ਲਾਵਾਂ ਤੇ 30,000 ਰੁਪਈਆ। ਸੋ ਸਰਕਾਰ ਨੂੰ ਇਹ ਸੋਚਣਾ ਪਏਗਾ, ਸਰਕਾਰੀ ਕਾਲਜਾਂ ਦੀ ਤਾਦਾਦ ਵਧਾਉਣੀ ਪਏਗੀ। ਜ਼ਰੂਰ ਪਿੱਛੇ ਜੀ ਪੰਜਾਬ ਸਰਕਾਰ ਨੇ 16 ਨਵੇਂ ਸਰਕਾਰੀ ਕਾਲਜ ਖੋਲ੍ਹੇ, ਲੇਕਿਨ ਜੇ ਉਹਨਾਂ ਸਰਕਾਰੀ ਕਾਲਜਾਂ 'ਚ ਟੀਚਰ ਹੀ ਹੈ ਨਹੀਂ ਗੇ ਤਾਂ ਉਹਨਾਂ ਸਰਕਾਰੀ ਕਾਲਜਾਂ ਦਾ ਫਾਇਦਾ ਕੀ ਹੈ? ਵੈਸੇ ਸਾਹਿਬ, ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਭਰਤੀ ਨਹੀਂ ਹੋਈ ਹਜੇ ਤੱਕ, ਕਿੰਨਾ ਕੁ ਸਾਲ ਹੋ ਗਏ ਇਹਨੂੰ? ਇਹ ਭਰਤੀ ਨੂੰ ਜੀ 10 ਸਾਲ ਤੋਂ ਉੱਪਰ ਹੋ ਗਏ ਸੀ। ਮੈਂ ਤੁਹਾਨੂੰ ਹੁਣੇ ਕਿਹਾ ਕਿ 1147 ਪੋਸਟਾਂ ਸਰਕਾਰ ਨੇ ਹੁਣ ਕੱਢੀਆਂ ਨੇ। ਉਹਦੇ ਵਿੱਚ ਵੀ ਰੌਲਾ ਪੈ ਰਿਹਾ ਕਿ ਜਿਹੜੇ ਆਲਰੇਡੀ ਉੱਥੇ ਕਾਲਜਾਂ ਦੇ ਵਿੱਚ ਪ੍ਰੋਫੈਸਰ ਪੜ੍ਹਾ ਰਹੇ ਨੇ ਲੰਬੇ ਸਮੇਂ ਤੋਂ, ਉਹਨਾਂ ਨੂੰ ਪੱਕੇ ਕਰਨ ਦੀ ਬਜਾਏ ਮਤਲਬ ਉਹ ਕਹਿੰਦੇ ਵੀ ਸਾਨੂੰ ਇੰਨੇ ਸਾਲ ਤਾਂ ਹੋ ਗਏ, ਹੁਣ ਤਾਂ ਅਸੀਂ ਓਵਰਏਜ ਵੀ ਹੁਣ ਟੱਪ ਗਏ ਹਾਂ ਤੁਹਾਡੀਆਂ ਕੰਡੀਸ਼ਨਾਂ ਤੋਂ, ਤੁਸੀਂ ਸਾਨੂੰ ਕੱਚਿਆਂ ਨੂੰ ਪੱਕੇ ਕਿਉਂ ਨਹੀਂ ਕਰਦੇ? ਤੇ ਬਜਾਏ ਕਿ ਤੁਸੀਂ ਨਵੀਂ ਭਰਤੀ ਤੁਸੀਂ ਕੱਢ ਦਿੱਤੀ, ਉਹਨਾਂ ਲਈ ਕੁਝ ਨਹੀਂ ਪ੍ਰਬੰਧ ਕੀਤਾ ਗਿਆ। ਬਿਲਕੁਲ ਠੀਕ ਗੱਲ ਹੈ ਜੀ। ਦੇਖੋ ਨਾ, ਜਿਹੜੇ ਲੋਕ ਐਲੀਜੀਬਲ ਨੇ, ਉਹ ਐਲੀਜੀਬਲ ਲੋਕ ਜਿਹੜੇ ਨੇ 20 ਸਾਲ ਹੋ ਗਏ ਉਹਨਾਂ ਨੂੰ ਪੜ੍ਹਾਉਂਦੇ, UGC ਨੈਟ ਕਲੀਅਰ ਨੇ, ਉਹਨਾਂ ਵਿੱਚੋਂ ਬਹੁਤ ਸਾਰੇ ਟੀਚਰਸ ਜਿਹੜੇ ਨੇ ਉਹ PhD ਕੀਤੀ ਹੋਈ ਉਹਨਾਂ ਨੇ, ਐਲੀਜੀਬਲ ਕੈਂਡੀਡੇਟਸ ਨੇ। 20 ਸਾਲ ਪੜ੍ਹਾਉਂਦੇ ਹੋ ਗਏ ਆ, ਕਿਸੇ ਦੀ ਉਮਰ 46 ਸਾਲ ਹੋ ਗਈ, ਕਿਸੇ ਦੀ 48 ਸਾਲ ਹੋ ਗਈ, ਕਿਸੇ ਦੀ 50 ਸਾਲ ਹੋ ਗਈ ਹੈ। ਹੁਣ ਤੁਸੀਂ ਉਹਨੂੰ ਕਹਿੰਦੇ ਹੋ ਜੀ ਟੈਸਟ ਦਿਓ, ਉਹ ਅਪਲਾਈ ਕਰਨ ਦੇ ਤੁਸੀਂ ਉਹਦੇ ਵਿੱਚ ਕ੍ਰਾਈਟੇਰੀਆ ਵੀ ਨਹੀਂ ਫਿੱਟ ਤੁਸੀਂ ਕ੍ਰਾਈਟੇਰੀਆ ਜਿਹੜਾ ਰੱਖਿਆ ਉਹ UGC ਦਾ ਨੈਟ ਐਗਜ਼ਾਮ ਰੱਖਿਆ। ਜਿਹੜਾ ਫਰੈਸ਼ਰ ਹੈ ਬੱਚਾ, ਉਹ ਜਿਹੜਾ ਕੱਲ੍ਹ ਨੈਟ ਕਲੀਅਰ ਕਰਕੇ ਆਇਆ, ਉਹ ਰੋਜ਼ ਉਹਨੇ ਤਿਆਰੀ ਕੀਤੀ ਹੋਈ ਹੈ। ਇੱਕ ਬੱਚਾ ਉਹ ਟੈਸਟ 'ਚ ਬਹਿੰਦਾ, ਇੱਕ 46 ਸਾਲ ਦਾ ਪ੍ਰੋਫੈਸਰ ਜਾਂ 48 ਸਾਲ ਦਾ ਜਿਹੜਾ ਕਿ ਇੱਕ ਲੰਬੇ ਸਮੇਂ ਤੋਂ ਗਿਣਵੇਂ ਚੁਣਵੇਂ ਉਹੀ ਪੇਪਰ ਪੜ੍ਹਾ ਰਿਹਾ, ਉਹਨੂੰ ਤੁਸੀਂ ਕਹਿ ਰਹੇ ਹੋ, ਔਰ ਟਾਈਮ ਵੀ ਬਹੁਤ ਥੋੜ੍ਹਾ ਦਿੱਤਾ ਗਿਆ ਤਿਆਰੀ ਦੇ ਲਈ। ਤੁਸੀਂ 2-3 ਮਹੀਨੇ ਦਿੰਦੇ। 20 ਸਾਲ ਇੱਕ ਕਾਲਜ 'ਚ ਪੜ੍ਹਾ ਰਹੇ ਹੋ ਜੀ। ਸਰਕਾਰ ਦੇ ਕਾਲਜਾਂ ਦੇ ਵਿੱਚ ਤੁਹਾਨੂੰ ਉਦੋਂ ਵੀ ਤੁਹਾਡੀ ਸਿਲੈਕਸ਼ਨ ਕਰਕੇ ਹੀ ਰੱਖਿਆ ਗਿਆ ਸੀ, ਬਜਾਏ ਕੀ ਹੈ ਨਾ, ਤੁਸੀਂ 20 ਸਾਲ ਬਾਅਦ ਉਹਨਾਂ ਨੂੰ ਕਹਿੰਦੇ ਹੋ ਤੁਸੀਂ ਦੁਬਾਰੇ ਕੱਚੇ ਹੋਵੋ, ਫਿਰ ਉਹ ਪ੍ਰੋਬੇਸ਼ਨ ਪੀਰੀਅਡ ਤੇ ਆਉਣ, ਫਿਰ ਦੁਬਾਰੇ ਉਹਦੇ ਵਿੱਚ ਸਰਕਾਰ ਇਹ ਸਰਕਾਰ ਦੀ ਮਨਸ਼ਾ ਕੀ ਹੈ? ਇਹਦੇ ਵਿੱਚ ਪ੍ਰਗਟ ਸਿੰਘ ਬਾਰੇ ਤੁਸੀਂ ਗੱਲ ਕੀਤੀ ਆ, ਤੇ ਕੀ ਤੁਹਾਡੀ ਗੱਲਬਾਤ ਹੋਈ ਹੈ ਸਿੱਖਿਆ ਮੰਤਰੀ ਸਾਹਿਬ ਨਾਲ? ਇਸ ਬਾਰੇ ਇੱਦਾਂ ਜੀ ਵੀ ਸਰਕਾਰ ਨਾਲ ਜਦੋਂ ਗੱਲਬਾਤ ਹੋਈ ਸੀ, ਸੋ ਸਰਕਾਰ ਨੇ ਇਹਦੇ ਤੇ ਕਿਹਾ ਕਿ ਅਸੀਂ ਇੱਕ ਕਮੇਟੀ ਗਠਿਤ ਕਰ ਰਹੇ ਹਾਂ, ਜਿਸ ਕਮੇਟੀ ਦੇ ਵਿੱਚ ਅਸੀਂ ਹਰ ਵਰਗ ਦੇ ਬੰਦਿਆਂ ਨੂੰ ਪਾਵਾਂਗੇ। ਉਹਦੇ ਵਿੱਚ ਅਸੀਂ ਸਰਕਾਰੀ ਕਾਲਜਾਂ ਦੇ ਵੀ ਹੋਣਗੇ, ਉਹਦੇ ਵਿੱਚ ਨੁਮਾਇੰਦੇ ਜਿਹੜੇ ਆ ਪ੍ਰਾਈਵੇਟ ਏਡਡ ਕਾਲਜਾਂ ਦੇ ਵੀ ਹੋਣਗੇ, ਔਰ ਪ੍ਰਾਈਵੇਟ ਜਿਹੜੇ ਆ ਅਨਏਡਡ ਕਾਲਜਸ ਦੇ ਵੀ ਹੋਣਗੇ। ਸੋ ਸਾਨੂੰ 18 ਤਰੀਕ ਦੀ ਜਿਹੜੀ ਸਰਦਾਰ ਪ੍ਰਗਟ ਸਿੰਘ ਜੀ ਨਾਲ ਓਫੀਸ਼ੀਅਲ ਮੀਟਿੰਗ ਹੋਈ ਹੈ, ਉਹਦੇ ਵਿੱਚ ਉਹਨਾਂ ਨੇ ਅਸ਼ੋਰ ਕੀਤਾ ਵੀ ਬੜੀ ਜਲਦ ਅਸੀਂ ਕਮੇਟੀ ਬਣਾਉਣ ਜਾ ਰਹੇ ਹਾਂ, ਔਰ ਉਸ ਕਮੇਟੀ ਦੇ ਵਿੱਚ ਹਰ ਵਰਗ ਦੇ ਨੁਮਾਇੰਦੇ ਨੂੰ ਲੈ ਕੇ ਸਭ ਦਾ ਧਿਆਨ ਰੱਖਿਆ ਜਾਏਗਾ। ਮਤਲਬ ਉਮੀਦ ਹੈਗੀ ਹੈ ਵੀ ਹੋ ਜੇ ਕੁਛ? ਹਾਂ, ਦੇਖੋ ਜੀ, ਉਮੀਦ ਤਾਂ ਹੈ ਵੀ ਸਰਕਾਰ ਔਰ ਚਾਹੀਦਾ ਹੈ ਕਿ ਜਿਹੜੇ 20 ਸਾਲ ਤੋਂ 18 ਸਾਲ ਤੋਂ ਟੀਚਰ ਉੱਥੇ ਕੰਮ ਕਰ ਰਹੇ ਆ, ਉਹਨਾਂ ਨੂੰ ਵੀ ਜੇ ਹੁਣ ਤੁਸੀਂ ਟੈਸਟ ਲੈਣਾ ਤੇ ਕਿੰਨੀ ਵਾਰੀ ਇੱਕ ਬੰਦੇ ਦਾ ਟੈਸਟ ਲਓਗੇ? 18-20 ਸਾਲ ਇੱਕ ਬੰਦੇ ਦੀ ਕਾਬਲੀਅਤ, ਇਸ ਤੋਂ ਵੱਧ ਹੋਰ ਕੀ ਹੋ ਸਕਦਾ ਹੈ? ਔਰ ਸਰਕਾਰੀ ਕਾਲਜਾਂ ਦੇ ਵਿੱਚ ਜਿਸ ਢੰਗ ਦੇ ਨਾਲ ਤੁਸੀਂ ਲੁਧਿਆਣੇ ਦੇ ਸਰਕਾਰੀ ਕਾਲਜ ਦੀ ਗੱਲ ਕਰੋ ਤਾਂ ਬੈਸਟ ਰਿਜ਼ਲਟਸ ਉਹਨਾਂ ਦੇ ਹੁੰਦੇ ਨੇ। ਪੰਜਾਬ ਯੂਨੀਵਰਸਿਟੀ ਦੇ ਰਿਜ਼ਲਟਸ ਕੱਢੋ, ਤੁਸੀਂ ਜਲੰਧਰ ਦੇ ਕਾਲਜ ਸਰਕਾਰੀ ਕਾਲਜਾਂ ਦੀ ਗੱਲ ਕਰ ਲਓ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜ਼ਲਟਸ ਕੱਢੋ, ਬੈਸਟ ਰਿਜ਼ਲਟਸ ਗਵਰਨਮੈਂਟ ਕਾਲਜਸ ਦੇ ਨੇ, ਉਹੀ ਟੀਚਰਸ ਪੜ੍ਹਾ ਰਹੇ ਨੇ। ਸੋ ਹਜੇ ਵੀ ਤੁਹਾਨੂੰ ਉਹਨਾਂ ਦੀ ਕਾਬਲੀਅਤ 'ਤੇ ਸ਼ੱਕ ਹੈ? ਮਤਲਬ ਇਹ ਸਰਕਾਰ ਫਿਰ ਇੱਕ ਪਾਸੜ ਜਦੋਂ ਫੈਸਲੇ ਕਰਦੀ ਹੈ ਬਿਨਾਂ ਕਿਸੇ ਗਰਾਊਂਡ ਜ਼ੀਰੋ ਦੇ ਉੱਤੇ ਘੋਖ ਕੀਤੇ ਹੋਏ, ਤਾਂ ਅਜਿਹੇ ਫੈਸਲੇ ਗਲਤ ਹੁੰਦੇ ਨੇ, ਇਹਨਾਂ ਤੋਂ ਕਰਵਾਉਂਦੇ ਨੇ। ਅਫਸਰਸ਼ਾਹੀ ਸੁੱਤੀ ਕ੍ਰਿਸ਼ਨ ਕੁਮਾਰ ਤਾਂ ਬੜੇ ਸੁਲਝੇ ਹੋਏ ਤੇ ਸਖਤ ਲਹਿਜੇ ਵਾਲੇ ਅਫਸਰ ਮੰਨੇ ਜਾਂਦੇ ਨੇ, ਸ਼ਾਸਨ ਪ੍ਰਸ਼ਾਸਨ ਤੇ ਇਮਾਨਦਾਰ ਵਜੋਂ ਵੀ ਉਹਨਾਂ ਦਾ
ਨਾਮ ਆਉਂਦਾ ਹੈ ਜੀ। ਇਮਾਨਦਾਰੀ ਦੇ ਤੌਰ ਦੇ ਉੱਤੇ ਵੀ, ਜਦੋਂ ਕਿ ਅਸੀਂ ਉਹਨਾਂ ਨੂੰ ਐਜ਼ ਏ ਮੀਡੀਆ ਦੇ ਤੌਰ ਉੱਤੇ ਪਰਸਨਲ ਖਿਤਾਬ ਨਹੀਂ ਦਿੰਦੇ, ਜੀ ਪਰ ਲੋਕ ਲੋਕ ਤੁਹਾਨੂੰ ਖਿਤਾਬ ਦਿੰਦੇ ਹੁੰਦੇ ਨੇ, ਜੀ। ਜੋ ਵੀ ਉਹਨਾਂ ਦਾ ਰਿਹਾ ਐਜੂਕੇਸ਼ਨ, ਸਕੂਲ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਚੰਗੀ ਭੂਮਿਕਾ ਨਿਭਾਈ ਹੈ ਜੀ ਤੇ ਰੋਲ ਮਾਡਲ ਕਈ ਸੈੱਟ ਕੀਤੇ ਨੇ। ਜੀ ਇਸੇ ਤਰ੍ਹਾਂ ਪ੍ਰਗਟ ਸਿੰਘ ਹੋਰੇ ਇਹੀ ਦੇਖ ਰਹੇ ਨੇ ਕਿ ਕ੍ਰਿਸ਼ਨ ਕੁਮਾਰ ਇੱਧਰ ਵੀ ਸ਼ਾਇਦ ਕੁਝ ਕਰਨ, ਪਰ ਜੇ ਇਸ ਤਰ੍ਹਾਂ ਦੇ ਫੈਸਲੇ ਹੋਣੇ ਨੇ, ਜੀ ਜੇ 20-20 ਸਾਲ ਜਿਹੜੇ ਅਧਿਆਪਕ ਪੜ੍ਹਾ ਰਹੇ ਨੇ, ਪ੍ਰੋਫੈਸਰ ਪੜ੍ਹਾ ਰਹੇ ਨੇ, ਉਹਨਾਂ ਨੂੰ ਬੇਰੁਜ਼ਗਾਰ ਹੋਣਾ ਪਵੇ ਜੀ ਤੇ ਉਹਨਾਂ ਦਾ ਭਵਿੱਖ ਸੁਰੱਖਿਅਤ ਨਾ ਹੋਵੇ, ਤਾਂ ਫਿਰ ਆਉਣ ਵਾਲਾ ਸਮਾਂ ਆਪਾਂ ਸੋਚ ਸਕਦੇ। ਮਾਨਸ਼ਈਆ ਸਾਹਿਬ ਦੇਖੋ, ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਪੰਜਾਬ ਦੇ ਵਿੱਚ ਕਿਸੇ ਵੀ ਪੋਲੀਟੀਕਲ ਪਾਰਟੀ ਨੇ, ਜੇ ਉਹਨਾਂ ਨੇ ਨੌਜਵਾਨ ਵਰਗ ਨੂੰ ਪੰਜਾਬ 'ਚ ਰੱਖਣਾ ਹੈ, ਤਾਂ ਹਰ ਪੇਸ਼ੇ ਦੇ ਵਿੱਚ ਕੋਈ ਵੀ ਖਿੱਤਾ ਹੈਗਾ ਉਹਦੇ ਵਿੱਚ ਉਹਨੂੰ ਰੈਗੂਲਰ ਜੌਬਸ ਦੇਣੀਆਂ ਪੈਣਗੀਆਂ, ਪੂਰੀਆਂ ਤਨਖਾਹਾਂ ਦੇਣੀਆਂ ਪੈਣਗੀਆਂ। ਇਹ ਠੇਕਾ ਸਿਸਟਮ ਨਹੀਂ ਚੱਲੇਗਾ। ਇਹ ਠੇਕੇ ਸਿਸਟਮ ਦੇ ਵਿੱਚ ਤੁਸੀਂ ਰਾਸ਼ਟਰ ਦਾ ਨਿਰਮਾਣ ਨਹੀਂ ਕਰ ਸਕਦੇ। ਜੇ ਇੱਕ ਪ੍ਰੋਫੈਸਰ ਦੀ ਤਨਖਾਹ 60,000 ਰੁਪਈਆ ਸਟਾਰਟਿੰਗ ਹੈਗੀ ਹੈ ਤੇ ਤੁਹਾਨੂੰ 60,000 ਰੁਪਈਆ ਦੇਣਾ ਪਏਗਾ ਸਰਕਾਰਾਂ ਨੂੰ। ਔਰ ਜੇ ਪ੍ਰਾਈਵੇਟ ਕਾਲਜ ਵੀ ਚੱਲ ਰਹੇ ਨੇ ਤਾਂ ਸਰਕਾਰਾਂ ਨੂੰ ਚੈੱਕ ਰੱਖਣੇ ਪੈਣਗੇ ਵੀ 60,000 ਰੁਪਈਆ ਦਿੱਤਾ ਜਾ ਰਿਹਾ ਕਿ ਨਹੀਂ ਜਾ ਰਿਹਾ। ਪ੍ਰੋਫੈਸਰ ਕੰਮ ਕਰਨ ਤੋਂ ਕਤਰਾਉਂਦੇ ਨਹੀਂ ਹੈ। ਪ੍ਰੋਫੈਸਰ ਵੈਸੇ ਹੀ ਬਹੁਤ ਕੰਮ ਕਰਦੇ ਨੇ ਕਾਲਜਾਂ ਦੇ ਵਿੱਚ, ਲੇਕਿਨ ਹਾਂ ਪ੍ਰੋਫੈਸਰ ਰੁਲ ਰਹੇ ਨੇ ਕਿਉਂਕਿ 15,000 ਰੁਪਈਆ ਤਨਖਾਹ ਦੇ ਰਹੇ ਆ। ਤੁਸੀਂ ਕੈਟੇਗਰੀਜ਼ ਬਣਾ ਦਿੱਤੀਆਂ ਨੇ, ਕੋਈ ਐਡਹੌਕ 'ਤੇ ਕੰਮ ਕਰ ਰਿਹਾ, ਕੋਈ ਕੰਟਰੈਕਟ 'ਤੇ ਕੰਮ ਕਰ ਰਿਹਾ, ਕੋਈ ਅਨਏਡਡ ਪੋਸਟ 'ਤੇ ਕੰਮ ਕਰ ਰਿਹਾ, ਕੋਈ ਏਡਡ ਪੋਸਟ 'ਤੇ ਕੰਮ ਕਰ ਰਿਹਾ। ਇਹ ਕਿੰਨੀਆਂ ਕੈਟੇਗਰੀਜ਼ ਬਣਾਈਆਂ? ਇਹ ਸਰਕਾਰ ਦੀ ਦੇਣ ਹੈ। ਸਰਕਾਰ ਨੂੰ ਇਹ ਖਤਮ ਕਰਨੀਆਂ ਪੈਣਗੀਆਂ। ਸੋ ਸਰਕਾਰ ਨੂੰ ਇੱਕ ਇੱਦਾਂ ਦੀ ਨੀਤੀ ਲਿਆਉਣੀ ਪਏਗੀ ਜਿਹਦੇ ਵਿੱਚ ਕਿ ਨੌਜਵਾਨ ਵਰਗ ਇਸ ਕਿੱਤੇ ਵੱਲ ਉਤਸ਼ਾਹਿਤ ਹੋਵੇ ਕਿ ਮੈਂ ਪ੍ਰੋਫੈਸਰ ਬਣਨਾ, ਮੈਂ ਸਕੂਲ ਅਧਿਆਪਕ ਬਣਨਾ। ਜਦੋਂ ਉਹਨੂੰ ਲੱਗੇਗਾ ਕਿ ਹਾਂ ਠੀਕ ਹੈ, ਮੈਨੂੰ ਇੱਕ ਚੰਗਾ ਪੈਸਾ ਮਿਲ ਰਿਹਾ, ਮੈਨੂੰ ਇੱਕ ਚੰਗੀ ਤਨਖਾਹ ਮਿਲ ਰਹੀ ਹੈ, ਰੈਗੂਲਰ ਮਿਲ ਰਹੀ ਹੈ, ਅਤੇ ਮੈਂ ਦੇਸ਼ ਦੇ ਲਈ ਕੁਝ ਕਰਨਾ, ਮੈਂ ਆਪਣੇ ਖੇਤਰ ਦੇ ਲਈ ਕੁਝ ਕਰਨਾ। ਇਸ ਕਰਕੇ ਸਰਕਾਰਾਂ ਕੋਈ ਵੀ ਆਉਣ, ਹਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਠੇਕਾ ਸਿਸਟਮ ਬੰਦ ਕਰਕੇ ਇੱਕ ਰੈਗੂਲਰ ਸਿਸਟਮ ਜਿਹੜਾ ਹੈਗਾ ਉਹ ਲਿਆਉਣਾ ਪਏਗਾ। ਨਹੀਂ ਤਾਂ ਫਿਰ ਕਿਤੇ ਲੋਕ ਮੰਗ ਕਰਨਗੇ ਕਿ ਸਰਕਾਰਾਂ ਵੀ ਫਿਰ ਠੇਕੇ 'ਤੇ ਲਿਆਂਦੀਆਂ ਜਾਣ। ਬਿਲਕੁਲ ਜੀ, ਸਰਕਾਰਾਂ ਪ੍ਰੋਫੈਸਰ ਸਾਹਿਬ ਠੇਕੇ 'ਤੇ ਲਿਆਉਣੀਆਂ ਚਾਹੀਦੀਆਂ ਇਹਨਾਂ ਦੀਆਂ, ਜਿਸ ਤਰ੍ਹਾਂ ਦੀਆਂ ਇਹ ਕੰਮ ਕਰਦੇ ਨੇ। ਤੇ ਇਹ ਜੇ ਲੋਕਾਂ ਨੂੰ ਠੇਕੇ 'ਤੇ ਰੱਖਦੇ ਨੇ, ਜੀ ਮਤਲਬ PRTC, ਰੋਡਵੇਜ਼, ਐਜੂਕੇਸ਼ਨ ਡਿਪਾਰਟਮੈਂਟ ਹੋ ਗਏ, ਤੇ ਤੁਹਾਡਾ ਡਿਪਾਰਟਮੈਂਟ ਉਚੇਰੀ ਸਿੱਖਿਆ ਹੋ ਗਿਆ, ਹਰੇਕ, ਚਾਹੇ ਹੈਲਥ ਦੀ ਗੱਲ ਕਰੀਏ, ਹੈਲਥ ਦੇ ਵਿੱਚ ਡਾਕਟਰ ਨਹੀਂ ਆ ਰਹੇ ਕਿਉਂਕਿ ਫੀਸ ਸਟਰਕਚਰ ਤੁਸੀਂ 8-8 ਲੱਖ ਰੁਪਏ MBBS ਦੀ ਫੀਸ ਕਰਤੀ ਹੈ। ਪ੍ਰਾਈਵੇਟਾਂ ਨੂੰ ਤੁਸੀਂ ਲਟਾਉਣ ਦੇ ਲਈ ਤੁਸੀਂ ਡਾਕਟਰ ਪੈਦਾ ਨਹੀਂ ਕਰਨਾ ਚਾਹੁੰਦੇ, ਪ੍ਰੋਫੈਸਰ ਤੁਸੀਂ ਪੈਦਾ ਨਹੀਂ ਕਰਨਾ ਚਾਹੁੰਦੇ। ਪੰਜਾਬ ਨੂੰ ਤੁਸੀਂ ਬੌਧਿਕ ਕੰਗਾਲੀ ਦੇ ਵੱਲ ਧੱਕ ਰਹੇ ਹੋ। ਇਹ ਸਰਕਾਰਾਂ ਕੰਮ ਕਰ ਰਹੀਆਂ ਨੇ, ਜਿਹੜਾ ਕਿ ਲੋਕਾਂ ਨੂੰ ਜਾਗਣਾ ਪਊਗਾ, ਪੁੱਛਣਾ ਪਊਗਾ। ਵੈਸੇ 2022 ਦੀਆਂ ਚੋਣਾਂ ਆ ਰਹੀਆਂ ਨੇ ਮੂਹਰੇ, ਉਚੇਰੀ ਸਿੱਖਿਆ ਦੇ ਸੰਬੰਧ ਦੇ ਵਿੱਚ ਕੀ ਏਜੰਡਾ ਹੋਣਾ ਚਾਹੀਦਾ ਲੋਕਾਂ ਦਾ? ਕੀ ਸਰਕਾਰਾਂ ਨੂੰ ਜਗਾਉਣ ਦੇ ਲਈ ਤੁਸੀਂ ਕੀ ਸੋਚਦੇ ਹੋ ਵੀ ਕਿਸ ਤਰ੍ਹਾਂ ਸੁਧਾਰ ਹੋ ਸਕਦਾ? ਉਚੇਰੀ ਸਿੱਖਿਆ ਦੇ ਲਈ ਸਭ ਤੋਂ ਪਹਿਲੀ ਜ਼ਰੂਰੀ ਜਿਹੜੀ ਗੱਲ ਮੈਂ ਸਮਝਦਾ ਹੈ ਉਹ ਇਹ ਹੈ ਕਿ ਸਰਕਾਰ ਨੂੰ, ਚਾਹੇ ਉਹ ਸਕੂਲ ਨੇ ਚਾਹੇ ਉਹ ਕਾਲਜਸ ਨੇ, ਰੈਗੂਲਰ ਪੋਸਟਾਂ ਕੱਢਣੀਆਂ ਪੈਣਗੀਆਂ। ਤੁਸੀਂ ਦੇਖਿਆ ਹੋਊਗਾ ਕਿ ਆਏ ਦਿਨ ਤੁਹਾਨੂੰ ਸਕੂਲਾਂ ਦੇ ਅਧਿਆਪਕ ਟੈਂਕੀਆਂ 'ਤੇ ਚੜ੍ਹੇ ਮਿਲਦੇ ਨੇ, ਤੁਹਾਨੂੰ ਸਕੂਲਾਂ ਦੇ ਅਧਿਆਪਕ ਧਰਨਿਆਂ 'ਤੇ ਬੈਠੇ ਮਿਲਦੇ ਨੇ। ਇਹ ਖਤਮ ਹੋਣਾ ਚਾਹੀਦਾ। ਸਕੂਲਾਂ ਦੇ ਅਧਿਆਪਕ, ਕਾਲਜਾਂ ਦੇ ਅਧਿਆਪਕਾਂ ਦਾ ਕੰਮ ਕਾਲਜਾਂ ਦੇ ਵਿੱਚ ਹੈ, ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦੇਣਾ। ਸਾਰਾ ਸਮਾਂ ਤੁਸੀਂ ਉਹਨਾਂ ਦਾ ਇਹਨਾਂ ਕੰਮਾਂ ਦੇ ਵਿੱਚ ਘਟਾਇਆ ਪਿਆ। ਦੂਸਰਾ, ਸਰਕਾਰਾਂ ਨੂੰ ਜਿਹੜਾ ਸਕੂਲ ਔਰ ਕਾਲਜ ਟੀਚਰਸ ਦੀਆਂ ਸਿੱਖਿਆ ਤੋਂ ਇਲਾਵਾ ਵੱਖ-ਵੱਖ ਡਿਊਟੀਆਂ ਲਾਈਆਂ ਜਾ ਰਹੀਆਂ ਨੇ, ਉਹ ਵੀ ਕਿਤੇ ਬੰਦ ਕਰਨੀਆਂ ਪੈਣਗੀਆਂ, ਕਿਉਂਕਿ ਉਹਦੇ ਨਾਲ ਇੱਕ ਸਿਸਟਮ ਸਾਰਾ ਗੜਬੜਾ ਰਿਹਾ। ਸਕੂਲ ਟੀਚਰ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਮਰਦਮਸ਼ੁਮਾਰੀ ਲਈ ਜਾਣਾ ਜਾਂ ਮੈਂ ਕਲਾਸ ਲਗਾਉਣੀ ਹੈ, ਮੈਂ ਫਲਾਣੇ ਕੰਮ ਲਈ ਜਾਣਾ ਜਾਂ ਮੈਂ ਆਹ ਕੰਮ ਕਰਨਾ। ਸੋ ਇਸ ਕਰਕੇ ਸਰਕਾਰ ਨੂੰ ਇੱਕ ਪਾਲਿਸੀ ਬਣਾਉਣੀ ਪਏਗੀ ਕਿ ਆਹ ਕੰਮ ਜਿਹੜਾ ਉਹ ਇਸ ਵਰਗ ਤੋਂ ਅਸੀਂ ਲੈਣਾ ਹੈਗਾ। ਤੀਸਰਾ, ਉਚੇਰੀ ਸਿੱਖਿਆ ਦੇ ਲਈ ਇਹ ਵੀ ਜ਼ਰੂਰੀ ਹੈਗਾ ਕਿ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਖੁੱਲ੍ਹ ਰਹੀਆਂ ਨੇ, ਪ੍ਰਾਈਵੇਟ ਕਾਲਜਸ ਧੜਾ ਤੁਸੀਂ ਖੋਲ੍ਹ ਰਹੇ ਹੋ, ਉਹਨਾਂ ਦੇ ਉੱਪਰ ਕੁਛ ਬੰਦਿਸ਼ਾਂ ਲਾਉਣੀਆਂ ਪੈਣਗੀਆਂ, ਚੈੱਕਸ ਰੱਖਣੇ ਪੈਣਗੇ। ਨਹੀਂ ਤਾਂ ਇਹ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਭਰਦੀਆਂ ਜਾ ਰਹੀਆਂ ਨੇ ਔਰ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚੋਂ ਵਿਦਿਆਰਥੀ ਨਿਕਲਦਾ ਜਾ ਰਿਹਾ। ਸਟਰੈਂਥ ਦਾ ਇੱਕ ਬਹੁਤ ਵੱਡਾ ਰੌਲਾ ਕਾਲਜਸ 'ਚ ਪੈ ਰਿਹਾ। ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਕਾਲਜਸ 'ਚ ਸਟਰੈਂਥ ਕਿਉਂ ਨਹੀਂ ਹੈ, ਅਤੇ ਦੂਜੇ ਪਾਸੇ ਸਰਕਾਰ ਹੀ ਧੜਾ ਪੰਜਾਬ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਹੇਡ ਲਾਈ ਪਈ ਹੈ। ਇਸ ਲਈ ਉਚੇਰੀ ਸਿੱਖਿਆ ਨੂੰ ਜੇ ਬਚਾਉਣਾ ਹੈ, ਇਹ ਸਰਕਾਰ ਦਾ ਕੰਮ ਹੈ। ਸਰਕਾਰ ਨੇ ਕੁਆਲਿਟੀ ਐਜੂਕੇਸ਼ਨ ਦੇਣੀ ਹੈ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਵੈਸੇ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਹਾਲਾਤ ਨੇ, ਪ੍ਰੋਫੈਸਰਾਂ ਨੂੰ ਤਨਖਾਹ ਨਹੀਂ ਮਿਲਦੀਆਂ, ਟੀਚਰਾਂ ਨੂੰ ਤਨਖਾਹ ਨਹੀਂ ਮਿਲਦੀਆਂ,
ਵਿਦਿਆਰਥੀ ਰੌਲਾ ਪਾਉਂਦੇ ਨੇ ਤੇ ਜਿਹੜਾ ਢਾਂਚਾ ਹੈਗਾ ਜੀ ਪੰਜਾਬ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਕਹੀ ਜਾਂਦੀ ਆ, ਕਿਉਂਕਿ ਬਹੁਤ ਖਿੱਤੇ ਦੇ ਵਿੱਚ ਸਾਡੇ ਪੰਜਾਬ ਦੇ ਮਾਲ ਰਿਸਰਚ ਦਾ ਬਹੁਤ ਵੱਡਾ research ਕੰਮ ਦੇ ਹੋਇਆ ਵਿੱਚ ਜੀ ਪੰਜਾਬੀ ਉੱਥੇ। ਯੂਨੀਵਰਸਿਟੀ 'ਚ ਬਹੁਤ ਕੰਮ ਹੋਇਆ। ਜੀ ਉਹਦੇ ਨਿਗਾਰ ਵੱਲ ਦੇ ਕੀ ਕਾਰਨ ਰਹੇ? ਤਾਂ ਕਾਰਨ ਇਹ ਜੀ, ਤੁਸੀਂ ਆਮ ਸੁਣਿਆ ਹੋਣਾ, ਕੱਲ ਵੀ ਚੰਨੀ ਸਾਹਿਬ ਉੱਥੇ ਗਏ ਸੀਗੇ, ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹੈ, ਕੁਝ ਫਾਈਨੈਂਸ਼ੀਅਲ ਹੈਲਪ ਵੀ ਸਰਕਾਰ ਦੇਣਾ ਚਾਹੁੰਦੀ ਹੈ। ਲੇਕਿਨ ਗੱਲ ਇਹ ਹੈ ਕਿ ਜਦੋਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਲੋਕ ਉੱਥੇ ਕੰਮ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਬਾਹਰ ਰੱਖ ਕੇ ਤੇ ਬਾਹਰੋਂ ਲੋਕ ਲਿਆ ਕੇ ਫੈਸਲੇ ਕਰਨ ਦੀ ਗੱਲ ਕਰਦੇ ਹੋ, ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਉਹ ਤੁਹਾਡੀ ਯੂਨੀਵਰਸਿਟੀ ਨੂੰ ਵਧੇਰੇ ਚੰਗੇ ਢੰਗ ਨਾਲ ਸਮਝਦੇ ਹੋਣਗੇ। ਯੂਨੀਵਰਸਿਟੀ ਦੇ ਅੰਦਰ ਜਿਹੜਾ ਤੁਹਾਡਾ ਪਰਿਵਾਰ ਹੈ, ਜਿਹੜੇ ਲੋਕ ਕੰਮ ਕਰ ਰਹੇ ਨੇ, ਉਹਨਾਂ ਨੂੰ ਤੁਸੀਂ ਫੈਸਲਾ ਨਿਰਮਾਣ ਪ੍ਰਕਿਰਿਆ ਦੇ ਵਿੱਚ ਸ਼ਾਮਲ ਕਿਉਂ ਨਹੀਂ ਕਰਦੇ? ਇਹ ਇਕੱਲੀ ਪੰਜਾਬੀ ਯੂਨੀਵਰਸਿਟੀ ਦੀ ਸਮੱਸਿਆ ਨਹੀਂ ਹੈ, ਇਹ ਪੰਜਾਬ ਯੂਨੀਵਰਸਿਟੀ 'ਚ ਵੀ ਆਉਣ ਵਾਲੀ ਹੈ, ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵੀ ਆਉਣ ਵਾਲੀ ਹੈ। ਸੋ ਇਸ ਕਰਕੇ ਜਿਹੜੇ ਉੱਥੇ ਦੇ ਵਾਈਸ ਚਾਂਸਲਰਸ ਨੇ, ਉਹਨਾਂ ਨੂੰ ਅਪੀਲ ਹੈ ਸਾਡੀ ਕਿ ਇਹ ਜਿਹੜੀਆਂ ਯੂਨੀਵਰਸਿਟੀਜ਼ ਨੇ, ਉਹਨਾਂ ਦੇ ਵਿੱਚ ਜਿਹੜੀ ਫੈਸਲਾ ਨਿਰਮਾਣ ਪ੍ਰਕਿਰਿਆ ਹੈਗੀ ਹੈ, ਉਹਦੇ ਵਿੱਚ ਅਧਿਆਪਕਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈਗੀ ਹੈ, ਅਧਿਆਪਕਾਂ ਨੂੰ ਲੈਣਾ ਬਹੁਤ ਜ਼ਰੂਰੀ ਹੈ। ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਵਾਂ ਤੇ ਉੱਥੇ ਇੱਕ ਐਸਾ ਡੈਮੋਕ੍ਰੈਟਿਕ ਢਾਂਚਾ ਹੈ ਕਿ ਤੁਸੀਂ ਦੇਖੋ ਉੱਥੇ ਜਿਹੜੀ ਸੈਨੇਟ ਬਣਦੀ ਹੈ, ਉੱਥੇ ਟੀਚਰਾਂ ਦੇ ਨੁਮਾਇੰਦੇ ਵੀ ਆਉਂਦੇ ਆ, ਉੱਥੇ ਪ੍ਰਿੰਸੀਪਲਾਂ ਦੇ ਨੁਮਾਇੰਦੇ ਵੀ ਆਉਂਦੇ ਆ, ਉੱਥੇ ਗ੍ਰੈਜੂਏਟ ਕੰਸਟੀਚੁਐਂਸੀ ਜਿਹੜੀ ਨੌਜਵਾਨ ਵਰਗ ਹੈ ਉਹਨੂੰ ਵੀ ਥਾਂ ਦਿੱਤੀ ਜਾਂਦੀ ਹੈ, 15 ਨੁਮਾਇੰਦੇ ਉਹਨਾਂ ਦੇ ਚੁਣ ਕੇ ਆਉਂਦੇ ਆ, ਯੂਨੀਵਰਸਿਟੀ ਪ੍ਰੋਫੈਸਰਾਂ ਦੇ ਨੁਮਾਇੰਦੇ ਵੀ ਆਉਂਦੇ ਆ, ਰਲ ਮਿਲ ਕੇ ਇੱਕ ਫੈਸਲਾ ਲਿਆ ਜਾਂਦਾ। 1.5 ਸਾਲ ਤੱਕ ਪੰਜਾਬ ਯੂਨੀਵਰਸਿਟੀ 'ਚ ਸੈਨੇਟ ਦੀਆਂ ਚੋਣਾਂ ਨਹੀਂ ਹੋਣ ਦਿੱਤੀਆਂ ਗਈਆਂ। ਇਹਦਾ ਖਾਮਿਆਜ਼ਾ ਕੌਣ ਭੁਗਤੂਗਾ? ਯੂਨੀਵਰਸਿਟੀ ਭੁਗਤੇਗੀ ਔਰ ਕਾਲਜ ਭੁਗਤ ਰਹੇ ਨੇ ਜਿਹੜੇ ਐਫੀਲੀਏਟਡ ਕਾਲਜਸ ਨੇ। ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ, ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਭਾਗੀਦਾਰ ਬਣਾਉਣਾ ਪਏਗਾ, ਤਾਂ ਹੀ ਆਪਾਂ ਇੱਕ ਚੰਗਾ ਮਾਹੌਲ ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਕਾਬਜ਼ ਕਰ ਸਕਦੇ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਨਹੀਂ ਹੁੰਦਾ ਜੀ, ਸੈਨੇਟ ਦਾ ਜਿਹੜਾ ਨਾ, ਪੰਜਾਬੀ ਯੂਨੀਵਰਸਿਟੀ ਸਿਰਫ ਪੰਜਾਬ ਦੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਜੀ, ਜਿੱਥੇ ਕਿ ਇਲੈਕਟਡ ਸੈਨੇਟ ਹੈ। ਪੰਜਾਬੀ ਯੂਨੀਵਰਸਿਟੀ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਥੇ ਨੋਮੀਨੇਟਡ ਸੈਨੇਟ ਹੈ। ਸਰਕਾਰ ਵੱਲੋਂ ਉੱਪਰੋਂ ਪੈਰਾਸ਼ੂਟ ਉੱਪਰੋਂ ਨੋਮੀਨੇਟ ਨਾਮਜ਼ਦ ਕੀਤੇ ਜਾਂਦੇ ਨੇ। ਪੰਜਾਬ ਯੂਨੀਵਰਸਿਟੀ 'ਚ ਵੀ 36 ਮੈਂਬਰ ਨੋਮੀਨੇਟ ਹੋ ਕੇ ਆਉਂਦੇ, 91 ਟੋਟਲ ਮੈਂਬਰ ਨੇ, ਲੇਕਿਨ ਉੱਥੇ ਨਾਲ ਰਿਪਰੈਜ਼ੈਂਟੇਸ਼ਨ ਬਾਕੀ ਵਰਗਾਂ ਨੂੰ ਵੀ ਦਿੱਤੀ ਜਾਂਦੀ ਹੈ। ਤੇ ਪੰਜਾਬੀ ਯੂਨੀਵਰਸਿਟੀ 'ਚ ਅਜਿਹਾ ਨਹੀਂ ਹੈਗਾ। ਉੱਥੇ ਇਲੈਕਟਡ ਸੈਨੇਟ ਹੈ ਨਹੀਂ ਗੀ, ਉੱਥੇ ਨੋਮੀਨੇਟਡ ਸੈਨੇਟ ਹੈ। ਔਰ ਇਹੀ ਹਾਲਾਤ ਜਿਹੜੇ ਹੈ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ। ਹਿੰਦੁਸਤਾਨ 'ਚ 2-3 ਯੂਨੀਵਰਸਿਟੀਜ਼ ਨੇ ਜੀ ਜਿੱਥੇ ਸਿਰਫ ਡੈਮੋਕ੍ਰੈਟਿਕ ਬਾਡੀ ਹੈ, ਜਿੱਥੇ ਕਿ ਇਲੈਕਟਡ ਸੈਨੇਟ ਆਉਂਦੀ ਹੈ। ਕਿਹੜੀਆਂ ਯੂਨੀਵਰਸਿਟੀਜ਼ ਨੇ ਜੀ? ਇਹ ਪੰਜਾਬ ਯੂਨੀਵਰਸਿਟੀ ਹੋ ਗਈ, ਇੱਕ ਤਾਂ ਪੰਜਾਬ ਯੂਨੀਵਰਸਿਟੀ ਹੈ ਜੀ, ਇੱਕ ਬੰਬੇ ਯੂਨੀਵਰਸਿਟੀ ਹੈ, ਇੱਕ ਕੋਲਕਾਤਾ ਯੂਨੀਵਰਸਿਟੀ ਹੈ ਜੀ। ਜੀ ਭਾਈ ਸਾਹਿਬ, ਤੁਹਾਡਾ ਬਹੁਤ ਹੀ, ਤੁਸੀਂ ਆਪਣਾ ਜਿਹੜਾ ਕੀਮਤੀ ਸਾਨੂੰ ਸੁਝਾਅ ਜਾਂ ਤੁਹਾਡੇ ਵਿਚਾਰ ਨੇ ਇਹ ਸਾਡੇ ਦਰਸ਼ਕਾਂ ਤੱਕ ਪਹੁੰਚਾਉਣੇ ਬਹੁਤ ਜ਼ਰੂਰੀ ਨੇ। ਪੰਜਾਬੀਆਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਵੀ ਬਈ ਆਹ ਗੱਲ ਆ, ਤੁਸੀਂ ਦੇਖੋ ਵੀ ਕਿੱਧਰ ਨੂੰ ਜਾ ਰਹੀ ਹੈ ਸਾਡੀ ਉਚੇਰੀ ਸਿੱਖਿਆ। ਅਸੀਂ ਕਿਉਂ ਨਹੀਂ ਇਹਨਾਂ ਲੋਕਾਂ ਨੂੰ ਸਵਾਲ ਪੁੱਛਦੇ ਜੀ? ਲੀਡਰਾਂ ਨੂੰ ਸਵਾਲ ਸਾਨੂੰ ਪੁੱਛਣੇ ਪੈਣਗੇ, ਮੰਤਰੀਆਂ ਨੂੰ ਘੇਰ ਕੇ ਰੋਕਣਾ ਪਊਗਾ ਵੀ ਭਾਈ ਦੱਸੋ, ਤੁਸੀਂ ਲੋਕਾਂ ਲਈ ਹੋ, ਲੋਕਾਂ ਨੇ ਤੁਹਾਨੂੰ ਬਣਾਇਆ ਜੀ, ਤੇ ਇਸ ਕਰਕੇ ਸਾਡਾ ਸਿਸਟਮ ਹੈ ਜਿਹੜਾ ਤੁਸੀਂ ਇੰਨਾ ਨਰਕ ਦੇ ਵਿੱਚ ਨਾ ਕਰੋ। ਪ੍ਰੋਫੈਸਰ ਸਾਹਿਬ, ਜਿਹੜੇ ਤੁਸੀਂ ਕਾਲਜਾਂ ਤੋਂ, ਪ੍ਰਾਈਵੇਟ ਕਾਲਜਾਂ ਦੇ ਵਿੱਚੋਂ ਇਹ ਹਿਸਾਬ ਕਿਤਾਬ ਤੁਸੀਂ ਮੰਗਿਆ ਜੀ, ਇਹਦੇ ਵਿੱਚ ਤੁਹਾਨੂੰ ਕੀ ਲੱਗਿਆ ਵੀ ਜਿਹੜਾ ਇਹ ਸਭ ਤੋਂ ਜ਼ਿਆਦਾ ਇਹ ਕਿ ਜਿਵੇਂ ਤੁਸੀਂ ਜ਼ਮੀਨ ਦੀ ਗੱਲ ਖਰੀਦੀ, ਜ਼ਮੀਨ ਤਾਂ ਚਲੋ ਇਹ ਵੀ ਹੋ ਸਕਦਾ ਵੀ ਕੈਂਪਸ ਕਿਸੇ ਨੇ ਗਾਹਾਂ ਜਾ ਕੇ ਬਣਾਉਣਾ ਹੋਵੇ, ਤੇ ਇਹਨਾਂ ਦੇ ਮੁਨਾਫੇ ਕਿੰਨੇ ਕੁ ਨੇ? ਇਹ ਰੌਲਾ ਪਾਉਂਦੇ ਆ ਕਿ ਅਸੀਂ ਤਾਂ ਜੀ ਸਾਡਾ ਤਾਂ ਬਹੁਤ ਬੁਰਾ ਹਾਲ ਹੋ ਗਿਆ, ਸਾਡਾ ਇਹ ਹੋ ਗਿਆ। ਇਹ ਕੀ ਕਹਾਣੀ ਹੈ ਜੀ ਸਾਰੀ? ਕਿੰਨੇ ਕੁ ਫੰਡ ਇਹਨਾਂ ਨੂੰ ਮਿਲਦੇ ਨੇ? ਮਾਨਸ਼ਈਆ ਸਾਹਿਬ, ਜਿਹੜੀ ਤੁਸੀਂ ਕੈਂਪਸ ਬਣਾਉਣ ਦੀ ਗੱਲ ਕੀਤੀ ਵੀ ਇਹਨਾਂ ਨੂੰ ਐਕਸਟੈਂਡ ਕੀਤਾ ਜਾ ਸਕਦਾ, ਉਹ ਯੂਨੀਵਰਸਿਟੀ ਦੇ ਪ੍ਰੀਵਿਊ 'ਚ 1.5 ਕਿਲੋਮੀਟਰ ਤੁਸੀਂ ਕੋਈ ਖੇਡ ਦਾ ਮੈਦਾਨ ਬਣਾਉਣਾ, 1 ਕਿਲੋਮੀਟਰ ਦੇ ਅੰਡਰ ਬਣਾ ਸਕਦੇ ਹੋ। ਤੁਸੀਂ 6-6 ਕਿਲੋਮੀਟਰ ਪਰੇ ਜਾ ਕੇ ਜ਼ਮੀਨਾਂ ਲੈ ਰਹੇ ਹੋ। ਔਰ ਜਿਹੜਾ ਰਿਕਾਰਡ ਮਿਲਿਆ, ਜ਼ਮੀਨ 2015 ਦੀ ਲਈ ਹੋਈ ਹੈ, 6 ਸਾਲ ਹੋ ਗਏ ਉਸ ਜ਼ਮੀਨ ਨੂੰ ਯੂਜ਼ ਨਹੀਂ ਕੀਤਾ ਗਿਆ। ਇਹਦਾ ਮਤਲਬ ਹੈ ਵੀ ਇਨਵੈਸਟਮੈਂਟ ਕੀਤੀ ਹੋਈ ਹੈ। ਔਰ ਜਿਹੜੇ ਮੈਂ ਇਹ ਕੱਢਣਾ ਚਾਹੁੰਦਾ ਸੀ, ਜਿਹੜੀਆਂ ਅਸੀਂ RTIਆਂ ਪਾਈਆਂ ਨੇ 15-20 ਕਾਲਜਾਂ ਦੇ ਵਿੱਚ, ਅਸੀਂ ਇਹ ਕੱਢਣਾ ਚਾਹੁੰਦੇ ਹਾਂ ਕਿ ਕਰੋੜਾਂ ਰੁਪਇਆਂ ਦੀ ਤਾਦਾਦ 'ਚ FDs ਪਈਆਂ ਨੇ, ਫਿਕਸ ਡਿਪੋਜ਼ਿਟਸ ਪਏ ਨੇ ਇਹਨਾਂ ਕਾਲਜਸ ਦੇ ਕੋਲ। ਅੱਛਾ ਜੀ। ਇੱਕ ਪਾਸੇ ਤਾਂ ਤੁਸੀਂ ਸਰਕਾਰ ਤੋਂ 95% ਡੈਫੀਸਿਟ ਗ੍ਰਾਂਟ ਲੈ ਰਹੇ ਹੋ, ਦੂਜੇ ਪਾਸੇ ਤੁਸੀਂ FDs ਕਰਾ ਕੇ ਰੱਖੀਆਂ ਹੋਈਆਂ। ਵਿਦਿਆਰਥੀਆਂ ਦੇ ਕੋਲੋਂ ਤੁਸੀਂ 80-80 ਹਜ਼ਾਰ ਰੁਪਈਆ ਜਾਂ 45-45 ਹਜ਼ਾਰ ਰੁਪਈਆ ਫੀਸਾਂ ਲੈ ਰਹੇ ਹੋ। ਪ੍ਰੋਫੈਸਰਾਂ ਨੂੰ ਦੇਣ ਲਈ ਤੁਹਾਡੇ ਕੋਲ ਪੈਸੇ ਹੈ ਨਹੀਂ ਗੇ, ਤਾਂ ਇਹ ਚੱਲ ਕੀ ਰਿਹਾ ਕਾਲਜਾਂ ਦੇ ਵਿੱਚ? ਟਰਾਂਸਪੇਰੈਂਟ ਸਿਸਟਮ ਕਿਉਂ ਨਹੀਂ ਹੈਗਾ? ਮੈਂ ਤਾਂ ਕਹਿੰਦਾ ਵੀ ਯੂਨੀਵਰਸਿਟੀਆਂ ਪੀਰੀਓਡਿਕ ਇਨਸਪੈਕਸ਼ਨਸ ਕਰਨ, ਉਹਨਾਂ ਦੀਆਂ ਬੈਲੈਂਸ ਸ਼ੀਟਾਂ ਜਿਹੜੀਆਂ ਨੇ ਉਹ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਪਾਉਣ, ਤਾਂ ਕਿ ਕੋਈ ਵੀ ਕਾਲਜ ਜਿਹੜਾ ਹੈਗਾ ਉਹ ਵੈਬਸਾਈਟ ਚੈੱਕ ਕਰੇ, ਦੇਖੇ ਵੀ ਫਲਾਂ ਕਾਲਜ ਦਾ ਕੀ ਰਿਕਾਰਡ ਹੈ। ਹੋਣਾ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ?
ਸਰਕਾਰ ਇਹਨਾਂ ਨੂੰ ਪੈਸਾ ਦਿੰਦੀ ਹੈ ਤੇ ਸਰਕਾਰ ਨਿਯੰਤਰਣ ਵੀ ਕਰ ਸਕਦੀ ਹੈ। ਜੇ ਇਹ ਟਰਾਂਸਪੇਰੈਂਟ ਸਿਸਟਮ ਹੋ ਜੇ, ਪਾਰਦਰਸ਼ਕ ਸਿਸਟਮ ਹੋ ਜੇ, ਤਾਂ ਤੁਸੀਂ ਦੇਖੋਗੇ ਆਉਣ ਵਾਲੇ 5-7 ਸਾਲਾਂ ਦੇ ਵਿੱਚ ਇਸ ਕਿੱਤੇ ਵੱਲ ਨੌਜਵਾਨ ਵਰਗ ਬਹੁਤ ਤੇਜ਼ੀ ਦੇ ਨਾਲ ਆਕਰਸ਼ਿਤ ਹੋਏਗਾ, ਔਰ ਹੋਣਾ ਵੀ ਚਾਹੀਦਾ, ਕਿਉਂਕਿ ਜਿੰਨਾ ਦਿਮਾਗ ਪੰਜਾਬੀਆਂ ਦੇ ਕੋਲ ਹੈਗਾ ਉਹ ਸਾਰਾ ਬ੍ਰੇਨ ਡਰੇਨ ਹੋ ਰਿਹਾ ਸਾਡਾ, ਬਾਹਰ ਮੁਲਕਾਂ 'ਚ ਜਾ ਰਿਹਾ। ਉਹਨੂੰ ਰੋਕਣ ਦੀ ਬਹੁਤ ਲੋੜ ਹੈਗੀ ਹੈ, ਔਰ ਉਹ ਸਿਰਫ ਅਤੇ ਸਿਰਫ ਇੱਕ ਨਿਯੰਤਰਣ ਦੇ ਨਾਲ ਹੋ ਸਕਦਾ, ਚੈੱਕ ਦੇ ਨਾਲ ਹੋ ਸਕਦਾ, ਕੰਟਰੋਲ ਹੋ ਸਕਦਾ। ਤੁਸੀਂ ਜਿਹੜੀ ਸਰਕਾਰ ਦੇ ਤੋਂ ਮੰਗ ਕੀਤੀ ਹੈ ਪਿਛਲੇ ਦਿਨੀ, ਤੁਸੀਂ ਜਿਵੇਂ ਕਿ ਇਹ ਸਰਵਿਸ ਸਿਕਿਉਰਿਟੀ ਐਕਟ ਦੇ ਵਿੱਚ ਸੋਧ ਕਰਾਉਣ 'ਚ ਕਾਮਯਾਬ ਹੋ ਗਏ ਜੀ, ਵਿਧਾਨ ਸਭਾ ਦੇ ਵਿੱਚ ਤੁਸੀਂ ਇਸ ਮੁੱਦੇ ਨੂੰ ਹੱਲ ਕਰਵਾ ਗਏ। ਬਾਕੀ ਪ੍ਰਗਟ ਸਿੰਘ ਹੋਰਾਂ ਨਾਲ ਤੋਂ ਤੁਸੀਂ ਇਹ ਗੱਲਾਂ ਦੇ ਉੱਤੇ ਵਿਚਾਰ ਨਹੀਂ ਹੋਇਆ? ਅਸੀਂ ਇੱਕ ਬਹੁਤ ਵੱਡੀ ਮੰਗ ਰੱਖੀ ਸੀਗੀ, ਇਹ ਰੱਖੀ ਸੀ ਵੀ ਜਿੰਨਾ ਵੀ ਅਨਏਡਡ ਵਰਗ ਹੈ ਉਹਨੂੰ ਤੁਸੀਂ ਕਿਉਂ ਨਹੀਂ ਏਡਡ 'ਚ ਲੈ ਆਉਂਦੇ। ਇਹ ਕਦੋਂ ਤੱਕ ਇਹ ਵਰਗ ਚੱਲੀ ਜਾਣਗੇ? ਕੋਈ ਐਡਹੌਕ ਹੈ, ਮੈਂ ਤੁਹਾਨੂੰ ਕਿਹਾ, ਕੋਈ ਅਨਏਡਡ ਹੈ, ਕੋਈ ਏਡਡ ਹੈ। ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਇੰਨੀਆਂ ਕੁ ਪੋਸਟਾਂ ਬਣਦੀਆਂ ਨੇ, ਠੀਕ ਹੈ, ਤੇ ਤੁਸੀਂ ਇਹਨਾਂ ਨੂੰ ਕਵਰਡ ਕਰ ਲਓ, ਤੁਸੀਂ ਇਹਨਾਂ ਨੂੰ ਉਹਨਾਂ ਪੋਸਟਾਂ ਦੇ ਵਿੱਚ ਤਬਦੀਲ ਕਰ ਲਿਆ ਜਾਵੇ। ਤੇ ਪ੍ਰਗਟ ਸਿੰਘ ਜੀ ਨੇ ਸਾਨੂੰ ਕਿਹਾ ਕਿ ਅਸੀਂ ਕਮੇਟੀ ਬਣਾ ਰਹੇ ਹਾਂ, ਅਸ਼ੋਰ ਕੀਤਾ ਸਾਨੂੰ ਕਿ ਬੜੀ ਜਲਦ ਅਸੀਂ ਇਹਦੇ 'ਤੇ ਕੋਈ ਨਾ ਕੋਈ ਇੱਕ ਐਸੀ ਨੀਤੀ ਬਣਾਉਣ ਜਾ ਰਹੇ ਹਾਂ ਜਿਹਦੇ 'ਤੇ ਸਾਰੇ ਵਰਗਾਂ ਨੂੰ ਲੈ ਕੇ ਇਹਦੇ 'ਤੇ ਬੜਾ ਫੈਸਲਾ ਲਿਆ ਜਾਏਗਾ, ਜਿਹਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ ਵੀ ਮੱਦੇਨਜ਼ਰ ਰੱਖਾਂਗੇ। ਜੀ ਵੈਸੇ ਸਾਹਿਬ, ਇੱਕ ਤੁਹਾਡੇ ਇਸ ਇਸ਼ੂ ਦੇ ਨਾਲੋਂ ਥੋੜ੍ਹਾ ਜਿਹਾ ਹਟ ਕੇ ਸਵਾਲ ਹੈ ਜੀ। ਪੰਜਾਬ ਦਾ ਯੂਥ ਬਾਹਰ ਨੂੰ ਜਾ ਰਿਹਾ ਹੈ ਜੀ, ਇਹਦੇ ਪਿੱਛੇ ਤੁਸੀਂ, ਕਿਉਂਕਿ ਤੁਸੀਂ ਲੋਕਾਂ ਨੂੰ, ਤੁਸੀਂ ਯੂਥ ਨੂੰ ਪੜ੍ਹਾਉਂਦੇ ਹੋ, ਯੂਥ ਦੀਆਂ ਭਾਵਨਾਵਾਂ ਨੂੰ ਨੇੜੇ ਹੋ, ਸਮਝਦੇ ਹੋ ਜੀ। ਰੋਜ਼ਾਨਾ ਉਹ ਲੋਕ, ਬੱਚੇ ਤੁਹਾਨੂੰ ਮਿਲਦੇ ਨੇ, ਯੰਗ ਮੁੰਡੇ ਕੁੜੀਆਂ ਜਿਹੜੇ ਹਨਾ, ਜਿਨ੍ਹਾਂ ਦੇ ਵਿੱਚ એનર્ਜੀ ਆ ਪੰਜਾਬ ਦੇ ਵਿੱਚ, ਜਿਵੇਂ ਤੁਸੀਂ ਕਿਹਾ, ਉਹਨਾਂ ਦੀ ਕੀ ਸੋਚ ਆ, ਉਹ ਉਸ ਸਿਸਟਮ ਪ੍ਰਤੀ ਕੀ ਸੋਚਦੇ ਆ? ਦੇਖੋ, ਬੜਾ ਦੁੱਖ ਹੁੰਦਾ ਜੀ ਜਦੋਂ ਵਿਦਿਆਰਥੀਆਂ ਦੇ ਨਾਲ ਕਲਾਸਾਂ 'ਚ ਡਿਸਕਸ਼ਨਸ ਕਰੀਦੀਆਂ, ਵਿਦਿਆਰਥੀ ਅੱਗੇ ਪੁੱਛਦੇ ਸਰ ਸਾਡਾ ਕੈਰੀਅਰ ਕੀ ਹੈ, ਕੀ ਆਪਸ਼ਨਸ ਨੇ ਸਾਡੇ ਕੋਲ। ਜਦੋਂ ਉਹਨਾਂ ਨੂੰ ਦੱਸਣਾ ਸ਼ੁਰੂ ਕਰੀਦਾ ਤਾਂ ਵਿਦਿਆਰਥੀ ਅੱਗਿਓਂ ਸਵਾਲ ਕਰਦਾ ਕਿ ਸਰ ਕਿਹੜੇ ਖਿੱਤੇ 'ਚ ਜਾਈਏ, ਬੈਂਕ ਦੇ ਵਿੱਚ ਜਾਈਏ, ਉੱਥੇ ਤਨਖਾਹਾਂ ਨਹੀਂ ਵੱਧ ਰਹੀਆਂ, ਔਰ ਜਿਹੜੇ ਨੈਸ਼ਨਲਾਈਜ਼ਡ ਬੈਂਕਸ ਨੇ ਤੁਹਾਡੇ ਸਾਹਮਣੇ ਅੱਜ ਕੱਲ੍ਹ ਬੜਾ ਚਰਚਾ ਦਾ ਵਿਸ਼ਾ ਬਣਿਆ, ਉਹਨਾਂ ਨੂੰ ਵੀ ਪ੍ਰਾਈਵੇਟਾਈਜ਼ ਵੱਲ ਲਿਆਂਦਾ ਜਾ ਰਿਹਾ। ਸਕੂਲੀ ਖੇਤਰ ਦੇ ਵਿੱਚ ਜਾਈਏ, ਉੱਥੇ ਠੇਕੇ 'ਤੇ ਪੋਸਟਾਂ ਨੇ, ਕਾਲਜ ਦੇ ਵਿੱਚ ਆਈਏ, ਠੇਕੇ 'ਤੇ ਪੋਸਟਾਂ ਨੇ। ਈਵਨ 2015 ਦੀ ਜਿਹੜੀ ਨੋਟੀਫਿਕੇਸ਼ਨ ਸੀ ਉਹਦੇ ਵਿੱਚ ਤਾਂ ਜਿਹੜੇ ਸਰਕਾਰੀ ਡਾਕਟਰ ਸੀਗੇ ਉਹਨਾਂ ਨੂੰ ਵੀ ਠੇਕੇ 'ਤੇ ਕਰ ਦਿੱਤਾ ਗਿਆ ਸੀਗਾ। ਸੋ ਵਿਦਿਆਰਥੀ ਵਰਗ ਇਹ ਸੋਚਣ 'ਤੇ ਮਜਬੂਰ ਹੈ ਕਿ ਇੰਨਾ ਪੜ੍ਹ ਲਿਖ ਕੇ, PhD ਡਿਗਰੀਆਂ ਲੈ ਕੇ, UGC ਨੈਟ ਜਿਹੜਾ ਟੈਸਟ ਹੈਗਾ ਉਹਨੂੰ ਕਲੀਅਰ ਕਰਕੇ, ਆਲ ਇੰਡੀਆ ਲੈਵਲ ਦਾ ਟੈਸਟ ਹੈ, ਤੇ ਅਸੀਂ ਕੀ ਕੱਢਾਂਗੇ ਉਹਦੇ ਵਿੱਚੋਂ? ਹੁਣ ਤਾਂ ਸਕੂਲਾਂ ਦੇ ਵਿੱਚ ਵੀ ਇਹਨਾਂ ਨੇ ਟੈਟ ਜਿਹੜਾ ਟੈਸਟ ਹੈਗਾ ਉਹ ਰੱਖ ਦਿੱਤਾ। ਮਤਲਬ ਇੱਕ ਬੱਚਾ ਜਿਹੜਾ ਹੈ ਉਹ ਪਹਿਲਾਂ BA ਜਾਂ BCom ਜਾਂ BSc ਕਰਦਾ, ਫਿਰ B.Ed ਕਰਦਾ, M.Ed ਕਰਦਾ, ਫਿਰ ਉਸ ਤੋਂ ਬਾਅਦ ਇੱਕ ਟੈਸਟ ਕਲੀਅਰ ਕਰਨਾ ਹੁੰਦਾ ਉਹਨੇ ਟੈਟ ਦਾ। ਉਹ ਕਲੀਅਰ ਕਰਨ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਕੁਝ ਨਜ਼ਰ ਨਹੀਂ ਆਉਂਦਾ। ਉਹਨਾਂ ਨੂੰ ਲੱਗਦਾ ਕਿ 10-15 ਹਜ਼ਾਰ ਦੀ ਨੌਕਰੀ 'ਤੇ ਜਾਣਾ, 3-3 ਸਾਲ ਪਹਿਲਾਂ ਧੱਕੇ ਖਾਓ, ਉਸ ਤੋਂ ਬਾਅਦ 5-5 ਸਾਲ ਲੱਗ ਜਾਂਦੇ ਆ, ਫਿਰ ਵੀ ਜਾ ਕੇ ਪਤਾ ਨਹੀਂ ਹੈ ਵੀ ਇਹਨਾਂ ਪੋਸਟਾਂ ਦਾ ਕੀ ਬਣਨਾ, ਔਰ 5-5 ਸਾਲ ਧਰਨੇ ਮੁਜ਼ਾਹਰੇ ਸਭ ਕੁਝ ਕਰਨਾ ਪੈਂਦਾ। ਵਿਦਿਆਰਥੀ ਵਰਗ ਜਿਹੜਾ ਹੈਗਾ ਉਹ ਜਦੋਂ ਅਸੀਂ ਉਹਨਾਂ ਨਾਲ ਡਿਸਕਸ਼ਨਸ ਕਰੀਦੀਆਂ ਤੇ ਸਾਡਾ ਆਪਣਾ ਮਨ ਦੁਖੀ ਹੁੰਦਾ ਕਿ ਉਹਨਾਂ ਨੂੰ, ਮੈਨੂੰ ਨਹੀਂ ਲੱਗਦਾ ਕਿ ਕੋਈ ਰਾਹ ਵੀ ਨਜ਼ਰ ਆਉਂਦਾ। ਅਸੀਂ ਈਵਨ ਮਾਨਸ਼ਈਆ ਸਾਹਿਬ, ਅਸੀਂ ਕਈ ਵਾਰੀ ਆਪ ਸੋਚਦੇ ਹਾਂ ਕਿ ਆਪਣੇ ਬੱਚਿਆਂ ਨੂੰ ਵੀ ਅੱਗੇ ਕੀ ਸੋਚੀਏ, ਕੀ ਕਰਾਈਏ, ਉਹਨਾਂ ਨੂੰ ਕਿੱਧਰ ਲੈ ਕੇ ਜਾਈਏ। ਜੇ ਅਸੀਂ ਸੋਚਦੇ ਹਾਂ, ਅੱਜ ਕੱਲ੍ਹ ਕਈ ਲੋਕ ਆਕਰਸ਼ਿਤ ਹੋਏ ਨੇ ਵੀ MBA ਕਰਵਾ ਦਿੱਤੀ ਜਾਵੇ, ਕੋਈ ਇਸ ਤਰ੍ਹਾਂ ਦਾ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਬੱਚੇ ਨੂੰ ਭੇਜਿਆ ਜਾਵੇ। ਜੋ ਪ੍ਰੋਫੈਸ਼ਨਲ ਫੀਲਡਸ ਦੇ ਵਿੱਚ ਵੀ ਸ਼ੋਸ਼ਣ ਹੋ ਰਿਹਾ, 10 ਵਜੇ ਇੱਕ ਵਿਅਕਤੀ ਜਿਹੜਾ ਉਹ ਇੱਕ ਪ੍ਰਾਈਵੇਟ ਫੈਕਟਰੀ 'ਚ ਜਾਂਦਾ, ਕਾਰਪੋਰੇਟ ਸੈਕਟਰਸ ਜਿਹੜੇ ਹੈਗੇ ਆ ਰਾਤ ਦੇ 2-2 ਵਜੇ ਤੱਕ ਉੱਥੇ ਬੈਠਦੇ ਨੇ, ਖੂਨ ਚੂਸ ਲਿਆ ਜਾਂਦਾ ਉਹਨਾਂ ਦਾ ਵੀ। ਆਖਰ ਕਿਤੇ ਤਾਂ ਕੋਈ ਸੋਸ਼ਲ ਸਿਕਿਉਰਿਟੀ ਚਾਹੁੰਦੇ ਨੇ ਨਾ ਮੁਲਾਜ਼ਮ ਜਿਹੜੇ ਹੈਗੇ ਆ। ਸਾਡੇ ਮੁਲਕਾਂ 'ਚੋਂ ਸੋਸ਼ਲ ਸਿਕਿਉਰਿਟੀ ਹੈ ਨਹੀਂ ਗੀ। ਬਾਹਰਲੇ ਮੁਲਕਾਂ ਦੇ ਵਿੱਚ ਇੱਕ ਸੋਸ਼ਲ ਸਿਕਿਉਰਿਟੀ ਸਿਸਟਮ ਹੈ, ਉੱਥੇ ਇੱਕ ਪੈਨਸ਼ਨ ਹੈ, 60 ਸਾਲ ਤੋਂ ਬਾਅਦ ਤੁਹਾਨੂੰ $1000 $1200 ਜਿਹੜੀ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ, ਤੁਹਾਨੂੰ ਹੈਲਥ ਸਿਸਟਮ ਉਹਨਾਂ ਨੇ ਪ੍ਰੋਵਾਈਡ ਕੀਤਾ ਹੋਇਆ। ਸਾਡੇ ਇੱਥੇ ਉਹ ਚੀਜ਼ਾਂ ਹੈ ਨਹੀਂ ਗੀਆਂ। ਇਸੇ ਕਰਕੇ ਇੱਕ ਰਿਟਾਇਰਡ ਬੰਦਾ, ਸਾਡੇ ਪ੍ਰੋਫੈਸਰ ਰਿਟਾਇਰ ਹੋਣ ਤੋਂ ਬਾਅਦ ਬਹੁਤ ਜਲਦੀ ਸਾਡੇ ਪ੍ਰੋਫੈਸਰ ਲੋਕ ਜਿਹੜੇ ਆ ਉਹ ਕਈ ਤਾਂ ਵਿਚਾਰੇ ਰੱਬ ਨੂੰ ਪਿਆਰੇ ਹੋ ਜਾਂਦੇ ਨੇ। ਉਹਦਾ ਕਾਰਨ ਕੀ ਹੈ? ਪੈਸਾ ਕੋਈ ਨਹੀਂ ਹੈਗਾ, ਕੋਈ ਪੈਨਸ਼ਨ ਸਕੀਮ ਨਹੀਂ ਹੈਗੀ ਹੈ, ਕਿੱਧਰ ਜਾਣ ਸਾਡੇ ਵਿਅਕਤੀ। ਇਸ ਕਰਕੇ ਨੌਜਵਾਨ ਵਰਗ ਇਸ ਕਿੱਤੇ ਨੂੰ ਨਹੀਂ ਅਪਣਾ ਰਿਹਾ, ਐਜੂਕੇਸ਼ਨ ਦੇ ਵਿੱਚ ਸਿਸਟਮ ਦੇ ਵਿੱਚੋਂ। ਬਿਲਕੁਲ ਜੀ, ਇਸੇ ਕਰਕੇ ਐਜੂਕੇਸ਼ਨ ਸਿਸਟਮ ਦੇ ਵਿੱਚੋਂ ਨਹੀਂ ਆ ਰਿਹਾ। ਈਵਨ ਬਾਕੀ ਪ੍ਰੋਫੈਸ਼ਨਸ ਦੇ ਵਿੱਚ ਵੀ, ਮੈਂ ਬੈਂਕਿੰਗ ਸਿਸਟਮ ਨੂੰ ਵੀ ਕਹਿ ਰਿਹਾ, ਉੱਥੇ ਵੀ ਨਹੀਂ ਆਉਣਾ ਚਾਹੁੰਦਾ। ਜਦੋਂ ਅਸੀਂ ਪੁੱਛੀਦਾ ਸਰ ਆਇਲਸ ਕਰਨਾ, ਕਾਲਜਾਂ 'ਚ ਅੱਜ ਜੇ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ ਤਾਂ ਵੱਡਾ ਕਾਰਨ ਆ ਹੈ, ਆਇਲਸ ਦੇ ਸੈਂਟਰ ਭਰੇ ਪਏ ਨੇ।
ਕਿਉਂ? ਨੌਜਵਾਨ ਔਰ ਉਹਦੇ ਮਾਪਿਆਂ ਨੂੰ ਇਹ ਲੱਗਦਾ ਹੈ ਕਿ 14-15 ਲੱਖ ਰੁਪਈਆ ਖਰਚ ਕੀਤਾ ਜਾਵੇ ਤੇ ਮੁੰਡੇ ਜਾਂ ਕੁੜੀ ਨੂੰ ਕੈਨੇਡਾ ਭੇਜ ਦਿਓ, ਆਸਟ੍ਰੇਲੀਆ ਭੇਜ ਦਿਓ, USA ਭੇਜ ਦਿਓ, ਪਰ ਇੱਥੇ ਉਹਨੂੰ ਕੁਝ ਨਜ਼ਰ ਨਹੀਂ ਆ ਰਿਹਾ। ਪਰ ਮੈਂ ਫੇਰ ਕਹਿਣਾ ਚਾਹੂੰਗਾ, ਇੱਕ ਅਧਿਆਪਕ ਹੋਣ ਦੇ ਨਾਤੇ ਇੱਥੇ ਬਹੁਤ ਕੁਝ ਹੈ ਜੋ ਪੰਜਾਬ ਦੇ ਵਿੱਚ ਹੈ, ਜੋ ਹਿੰਦੁਸਤਾਨ ਦੇ ਵਿੱਚ ਹੈ, ਉਹ ਦੁਨੀਆ 'ਚ ਕਿਤੇ ਨਹੀਂ ਹੈਗਾ। ਕਿਵੇਂ ਪ੍ਰੋਫੈਸਰ ਸਾਹਿਬ? ਉਹ ਜੋ ਇੱਥੇ ਇੱਕ ਕਲਚਰ ਹੈਗਾ, ਸਰਕਾਰਾਂ ਦੇ ਉੱਪਰ ਲਗਾਮ ਸਾਨੂੰ ਕੱਸਣੀ ਪਏਗੀ। ਸਾਨੂੰ ਅਜਿਹੀਆਂ ਸਰਕਾਰਾਂ ਲਿਆਉਣੀਆਂ ਪੈਣਗੀਆਂ ਜਿਹੜੀਆਂ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਦੇ ਹਿੱਤਾਂ ਦੇ ਵਿੱਚ ਕੰਮ ਕਰਨ। ਇਹ ਵੈਲਫੇਅਰ ਸਟੇਟ ਹੈ ਸਾਡੀ ਇੱਥੇ। ਮਾਨਸ਼ਈਆ ਸਾਹਿਬ, ਵੈਲਫੇਅਰ ਸਟੇਟ ਦੇ ਵਿੱਚ ਇਹ ਜ਼ਰੂਰੀ ਹੈ ਕਿ ਜਿਹੜੀਆਂ ਸਰਕਾਰਾਂ ਕੰਮ ਨਹੀਂ ਕਰਦੀਆਂ, ਸਵਿਟਜ਼ਰਲੈਂਡ ਦੇ ਵਿੱਚ ਰਾਈਟ ਟੂ ਰੀਕਾਲ ਹੈ, ਵਾਪਸ ਬੁਲਾ ਲਓ ਜਿਹੜਾ ਨੁਮਾਇੰਦਾ ਤੁਹਾਡਾ ਕੰਮ ਨਹੀਂ ਕਰਦਾ। ਮੈਂ ਮੰਨਦਾ ਸਾਡਾ ਵੱਡਾ ਲੋਕਤੰਤਰ ਹੈ, ਇੱਥੇ ਉਹ ਚੀਜ਼ਾਂ ਅਸੰਭਵ ਨੇ, ਪਰ ਜੇ ਇਹਨਾਂ ਗੱਲਾਂ ਵੱਲ ਸੋਚਿਆ ਜਾਵੇ ਤਾਂ ਸਾਨੂੰ ਇਹ ਦੇਖਣਾ ਪਊਗਾ ਕਿ ਕਿਹੜੇ ਨੁਮਾਇੰਦੇ ਸਾਡੇ ਕੰਮ ਕਰਦੇ ਨੇ। ਸਾਡੇ ਨੁਮਾਇੰਦੇ ਕੱਲੀਆਂ ਸੜਕਾਂ ਤੱਕ ਨਾ ਰਹਿ ਜਾਣ। ਐਜੂਕੇਸ਼ਨ ਚਾਹੀਦੀ ਹੈ, ਹੈਲਥ ਸਿਸਟਮ ਚਾਹੀਦਾ, ਸਾਨੂੰ ਜੌਬਸ ਚਾਹੀਦੀਆਂ ਨੇ, ਸਾਨੂੰ ਸੋਸ਼ਲ ਸਿਕਿਉਰਿਟੀ ਚਾਹੀਦੀ ਹੈ। ਜਦ ਤੱਕ ਇਹ ਚੀਜ਼ਾਂ ਨਹੀਂ ਆਉਣਗੀਆਂ ਤਾਂ ਇਹ ਪਲਾਇਨ ਹੁੰਦਾ ਰਹੇਗਾ, ਬ੍ਰੇਨ ਡਰੇਨ ਹੁੰਦਾ ਰਹੇਗਾ। ਜੀ ਬਸ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਅਸੀਂ ਤਾਂ ਪੰਜਾਬ ਦੇ ਲਈ ਹਰ ਇੱਕ ਮਿੰਟ ਲਾਉਣ ਲਈ ਤਿਆਰ ਹਾਂ। ਹਰ ਸਾਡਾ ਇੱਕ ਜਿਹੜਾ ਸਾਹ ਹੈ ਜੋ ਪੰਜਾਬ ਦੇ ਲੇਖੇ ਲੱਗ ਜੇ, ਸ਼ਾਇਦ ਚੰਗੀ ਗੱਲ ਆ। ਤੇ ਪੰਜਾਬੀਆਂ ਨੂੰ ਜਾਗਦੇ ਰਹਿਣ ਦਾ ਹੋਕਾ ਦੇਣਾ ਪ੍ਰਾਈਮ ਏਸ਼ੀਆ ਦਾ ਏਜੰਡਾ ਹੈ। ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਧੰਨਵਾਦ। ਤੁਸੀਂ ਲੁਧਿਆਣੇ ਤੋਂ ਚੱਲ ਕੇ ਸਾਡੇ ਸਟੂਡੀਓ ਪਹੁੰਚੇ ਹੋ ਤੇ ਤੁਸੀਂ ਜਿਹੜਾ ਇਸ ਉਚੇਰੀ ਸਿੱਖਿਆ ਦੀ ਗੱਲ ਕੀਤੀ ਹੈ, ਬੜੇ ਬੜਮੁੱਲੇ ਤੁਹਾਡੇ ਵਿਚਾਰ ਨੇ। ਚੰਗਾ ਮੁੱਦਾ ਤੁਸੀਂ ਇਹਨੂੰ ਕਰ ਰਹੇ ਹੋ। ਸਾਡੇ ਵੱਲੋਂ ਹਰ ਤਰ੍ਹਾਂ ਦੀ ਅਸੀਂ ਲੋਕਾਂ ਦੀ ਆਵਾਜ਼ ਚੁੱਕਣੀ ਹੈ ਤੇ ਅਸੀਂ ਚੁੱਕਦੇ ਰਹਾਂਗੇ ਤੁਹਾਡੇ ਲਈ। ਤੇ ਤੁਹਾਡਾ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਇਹ ਸਨ ਪ੍ਰੋਫੈਸਰ ਤਰਨ ਘਈ ਜੀ। ਉਹ ਪੰਜਾਬ ਪ੍ਰਤੀ ਚਿੰਤਤ ਨੇ। ਉਹਨਾਂ ਨੇ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਵੀ ਮੁੱਦੇ ਹੱਲ ਕਰਾਉਣ ਦੀ ਕੋਸ਼ਿਸ਼ਾਂ ਆਪਣੀਆਂ ਜਾਰੀ ਰੱਖੀਆਂ ਹੋਈਆਂ ਨੇ। ਪਿਛਲੇ ਦਿਨੀ ਉਹਨਾਂ ਨੇ ਜਿਹੜਾ ਸਰਵਿਸ ਸਿਕਿਉਰਿਟੀ ਐਕਟ ਹੈ, ਜਿਹੜਾ ਕਿ ਜਿਹੜੇ ਪ੍ਰੋਫੈਸਰ ਨੇ ਪੰਜਾਬ ਦੇ ਵਿੱਚ ਏਡਡ ਸਕੂਲਾਂ ਦੇ ਵਿੱਚ, ਏਡਡ ਆਪਣੇ ਕਾਲਜਾਂ ਦੇ ਵਿੱਚ, ਧਿਆਨ ਏਡਡ ਕਾਲਜਾਂ ਦੇ ਵਿੱਚ ਉਹਨਾਂ ਦੀ ਸੁਰੱਖਿਆ ਨਹੀਂ ਸੀ। ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਇੱਕ ਉਸ ਐਕਟ ਦੇ ਵਿੱਚ ਸੋਧ ਕਰਕੇ ਪ੍ਰਾਈਵੇਟ ਜਿਹੜੇ ਕਾਲਜ ਹੈ ਤੇ ਯੂਨੀਵਰਸਿਟੀਆਂ ਦੇ ਹੱਥ ਮਜ਼ਬੂਤ ਕਰ ਦਿੱਤੇ ਸੀ ਤੇ ਉਹਨਾਂ ਦੀ ਕੋਈ ਫਰਿਆਦ ਨਹੀਂ ਰਹਿ ਗਈ ਸੀ ਸਰਕਾਰ ਤੱਕ। ਕਿਤੇ ਕੋਰਟ ਕਚਹਿਰੀਆਂ 'ਚ ਉਹ ਧੱਕੇ ਖਾਂਦੇ ਸੀ। ਕਦੋਂ ਵੀ ਕਿਸੇ ਪ੍ਰੋਫੈਸਰ ਨੂੰ ਕੱਢ ਦਿੱਤਾ ਜਾਂਦਾ, ਕੋਈ ਵੀ ਪ੍ਰਾਈਵੇਟ ਸੰਸਥਾ ਉਹਨਾਂ ਨੂੰ ਕੱਢ ਦਿੰਦੀ ਸੀ ਤਾਂ ਕੋਈ ਵੀ ਉਹਦੀ ਸੁਣਵਾਈ ਤੇ ਦਲੀਲ ਨਹੀਂ ਹੁੰਦੀ ਸੀ। ਤੇ ਪ੍ਰੋਫੈਸਰ ਤਰਨ ਘਈ ਹੋਰਾਂ ਦਾ ਕਹਿਣਾ ਹੈ ਕਿ ਸਾਡੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ, ਵਿਦੇਸ਼ਾਂ ਵੱਲ ਕਿਉਂ ਜਾ ਰਹੇ ਨੇ, ਉਹਦੀ ਕਹਾਣੀ ਆਹ ਨਾ ਇੱਥੇ ਡਾਕਟਰ ਪੈਦਾ ਹੋਣ ਦਿੱਤੇ ਜਾ ਰਹੇ ਨੇ, ਮਹਿੰਗੀਆਂ ਫੀਸਾਂ ਨੇ, 8-8 ਲੱਖ ਰੁਪਏ ਤੱਕ ਦੀ ਜਿਹੜੀ ਫੀਸ ਆ ਉਹਨਾਂ ਨੂੰ MBBS ਦੀ ਪੇ ਕਰਨੀ ਪੈਂਦੀ ਆ। ਤੇ ਇੱਥੇ ਸਾਡੇ ਕੋਲ ਨੌਕਰੀਆਂ ਨਹੀਂ, ਨੌਕਰੀਆਂ ਸਰਕਾਰਾਂ ਦੇਣ ਦਾ ਇਰਾਦਾ ਨਹੀਂ ਰੱਖਦੀਆਂ ਤੇ ਸਰਕਾਰਾਂ ਜਾਣਬੁੱਝ ਕੇ ਸਿਸਟਮ ਨੂੰ ਫੇਲ ਕਰਦੀਆਂ ਤੇ ਸਰਕਾਰਾਂ ਨੂੰ ਹੁਣ ਲੋਕ ਜਗਾਉਣਗੇ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਅਜਿਹੇ ਲੋਕ ਚੁਣਨੇ ਪੈਣਗੇ ਜਿਹੜੇ ਕਿ ਬੌਧਿਕ ਪੱਧਰ ਉੱਤੇ ਪੜ੍ਹੇ ਲਿਖੇ ਹੋਣ, ਜਿਹੜੇ ਕਿ ਸਿਸਟਮ ਨੂੰ, ਵੈਲਫੇਅਰ ਸਟੇਟ ਨੂੰ ਚਲਾ ਸਕਣ, ਨਾ ਕਿ ਇਹੋ ਜਿਹੇ ਲੋਕ ਚਾਹੇ ਉਹ ਉੱਪਰਨੇ ਵੱਡੇ ਵਾਅਦੇ ਕਰਦੇ ਆ, ਮੁਫਤ ਦੇ ਦਾਂਗੇ, ਉਹ ਮੁਫਤ ਦੇ ਦਾਂਗੇ। ਸਾਨੂੰ ਮੁਫਤ ਨਹੀਂ ਚਾਹੀਦਾ, ਸਾਨੂੰ ਸਾਡਾ ਪੰਜਾਬ ਚਾਹੀਦਾ, ਉਹੀ ਵਾਪਸ ਦੇ ਦਿਓ। ਤੇ ਅਸੀਂ ਅਗਲੇ ਹਫ਼ਤੇ ਫਿਰ ਤੁਹਾਡੇ ਰੂਬਰੂ ਕਰਾਂਗੇ ਕਿਸੇ ਹੋਰ ਸ਼ਖਸੀਅਤ ਨੂੰ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV। ਤੁਹਾਡਾ ਆਪਣਾ, ਤੁਹਾਡੇ ਲਈ ਕੈਮਰਾਮੈਨ ਦੀਪਕ ਤੇ ਪਾਂਡੇ ਜੀ ਹੋਰਾਂ ਨਾਲ ਨਿਰਮਲ ਸਿੰਘ ਮਾਨਸ਼ੀਆ ਦੀ ਬਿਊਰੋ ਰਿਪੋਰਟ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ।